नानक की प्रभु बेनती अपनी भक्ति लाए, ज्ञान ध्यान किस कर्म न जाना, सार न जाना तेरी। सब ते बड़ा सतगुरु नानक जिन कल राखी मेरी। जिन कल राखी मेरी सतगुरु नानक तू बलहार ने। जिन कल राखी मेरी सतगुरु नानक तू बलहार राखी मेरी सतगुरु नानक तू बलहार। जिन कल राखी मेरी सतगुरु नानक तू बलहार। जिन कल राखी मेरी जिन कल राखी मेरी सतगुरु नानक तू बलिहारे। जिन कल राखी मेरी सतगुरु नानक तू, जिन कल राखी मेरी सतगुरु नानक तू बलिहारे। जिन कल राखी मेरी सतगुरु नानक तू बलिहारे। जिन कल राखी मेरी सतगुरु नानक तू बलिहारे। नानक तू बलिहारे, सतगुरु नानक तू बलिहारे। नानक तू बलिहारे, सतगुरु नानक तू बलिहारे। नानक तू बलिहारे, नानक तू बलिहारे। ओ नानक तू बलिहारे, नानक तू बलिहारे। नानक तू बलिहारे, सतगुरु नानक तू बलिहारे। नानक तू बलिहारे, सतगुरु नानक तू बलिहारे। नानक तू बलिहारे, नानक तू नानक तू बलिहारे। नानक तू बलिहारे, सतगुरु नानक तू बलिहारे। जिन कल राखी मेरी सतगुरु नानक तू, जिन कल राखी मेरी सतगुरु नानक तू बलिहारे। जिन कल राखी मेरी सतगुरु नानक तू बलिहारे। जिन कल राखी मेरी सतगुरु नानक तू बलिहारे। जिसके सिर ऊपर तू स्वामी, सौ दुख कैसा पावे। भोल न जाने माया मद माता, मरना चीत न आवे। मेरे राम राय तू संता का संत तेरे, तेरे सब को भविष्य नहीं, यम नहीं आवे नेड़े। जो तेरे रंग राते स्वामी, तिनका जन्म मरण दुख नाता। तेरी बख्श न मिटे कोई, सतगुर का अंदलाता। नाम ध्याई नु सुख पल पाइन, आठ पैर अराधे। तेरी शरण तेरे प्रवासे, पंच दुष्ट लता दे। ज्ञान ध्यान किस कर्म न जाना, सार न जाना तेरी। सब ते बड़ा सतगुरु नानक जिन कल राखी मेरी। मीत चलो गुर चाली, गुरसिख मीत चलो गुर चाली। मीत चलो गुर चाली, मीत चलो गुर चाली। मीत चलो गुर चाली, गुरसिख मीत चलो गुर चाली। मीत चलो
ਚਾਲੀ ਚਲੋ ਗੁਰ ਚਾਲੀ ਗੁਰਸਿੱਖ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਵੀ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਉਹ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਹਮ ਅੰਧਲੇ ਅੰਧ ਬਿਖੈ ਬਿਖਰਤ ਕਿਉ ਚਾਲੇ ਗੁਰ ਸਤਿਗੁਰੂ ਦਇਆ ਕਰੇ ਸੁਖ ਦਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਤੋਈ ਪਲ ਮਨ ਹਰ ਹਰ ਕਥਾ ਨਿਰਾਲੀ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਅਰਥ ਸਾਰੀ ਸਾਧ ਸੰਗਤ ਜੀਓ ਜਿੱਥੇ ਆਪ ਜੀ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੁੱਲ ਘੜੀਆਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਵਲਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਰਹੇ ਹੋ ਉੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਪੁਰਬ ਨੂੰ ਮੁੱਖ ਰੱਖ ਕੇ ਇਹ ਪ੍ਰੋਗਰਾਮ ਆਪ ਜੀ ਸਾਰੇ ਮਿਲ ਕੇ ਮਨਾ ਰਹੇ ਗੁਰੂ ਪਿਆਰਿਓ ਅਸਲ ਵਿੱਚ ਫੁੱਲ ਦੀ ਕੀਮਤ ਉਹਨੇ ਜਿਹੜੀ ਹੈ ਜਿੰਨੇ ਚਿਰ ਦਰਖਤ ਦੀ ਟਾਹਣੀ ਨਾਲ ਜਾਂ ਡਾਲੀ ਨਾਲ ਜੁੜਿਆ ਰਹਿੰਦਾ ਜਦੋਂ ਫੁੱਲ ਦਰਖਤ ਦੀ ਟਾਹਣੀ ਜਾਂ ਡਾਲੀ ਨਾਲ ਟੁੱਟ ਜਾਂਦਾ ਬੇ ਕਦਰਾ ਹੋ ਜਾਂਦਾ ਦੁਨੀਆ ਦੇ ਲੋਕੀ ਪੈਰਾਂ ਦੇ ਥੱਲੇ ਮਸਲਿਆ ਕਰਦੇ ਨੇ ਅਸਲ ਵਿੱਚ ਸਿੱਖ ਦੀ ਚੜ੍ਹਦੀ ਕਲਾ ਉਹਨੇ ਜਰੀਏ ਜਿੰਨੇ ਚਿਰ ਗੁਰੂ ਚਰਨਾਂ ਨਾਲ ਜੁੜਿਆ ਰਹਿੰਦਾ ਜਦੋਂ ਇਹ ਗੁਰੂ ਚਰਨਾਂ ਨਾਲ ਟੁੱਟ ਜਾਂਦਾ ਇਹਦੀ ਹਾਲਤ ਵੀ ਟੁੱਟੇ ਫੁੱਲ ਵਾਲੀ ਹੋਇਆ ਕਰਦੀ ਗੁਰੂ ਕੀ ਸੰਗਤ ਜੁੜਨਾ ਜ਼ਿੰਦਗੀ ਤੇ ਟੁੱਟਣਾ ਇੱਕ ਮੌਤ ਹੈ ਆਖਾਂ ਜੀਵਾਂ ਜੇ ਕਹਿੰਦਾ ਤੇ ਜੀਵਨ ਹੈ ਜੇ ਅਸੀਂ ਕਹਿੰਦੇ ਆ ਜੀਵਨ ਹੈ ਜੇ ਟੁੱਟਦੇ ਆ ਤਾਂ ਮੌਤ ਹੈ ਆਖਾਂ ਜੀਵਾਂ ਵਿਸਰੇ ਮਰ ਜਾਓ ਗੁਰਮੁਖ ਪਿਆਰੇ ਭਾਈ ਰੁਪਿੰਦਰਪਾਲ ਸਿੰਘ ਜੀ ਹੋਰੀ ਬੋਲ ਕੇ ਗਏ ਨੇ ਆਪਣੇ ਵਿਚਾਰ ਗੁਰੂ ਕੀ ਸੰਗਤਾਂ ਦੇ ਸਨਮੁਖ ਰੱਖ ਕੇ ਗਏ ਨੇ ਉਸ ਤੋਂ ਬਾਅਦ ਗਿਆਨੀ ਬਲਦੇਵ ਸਿੰਘ ਹੋਰੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਰਮ ਪ੍ਰਚਾਰਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਆਏ ਨੇ ਉਹਨਾਂ ਵੀ ਆਪਣੇ ਵਿਚਾਰ ਰੱਖੇ ਨੇ ਖੈਰ ਖਾਲਸਾ ਦੀ ਗੱਲ ਕਦੀ ਕਿਸੇ ਦੀ ਚੱਲਦੀ ਕਦੀ ਕਿਸੇ ਦੀ ਚੱਲਦੀ ਹੈ ਲੋਹਾ ਲੋਹਾ ਰਹਿੰਦਾ ਸੋਨਾ ਸੋਨਾ ਰਹਿੰਦਾ ਲੋਹਾ ਸੋਨਾ ਨਹੀਂ ਬਣ ਸਕਦਾ ਤੇ ਸੋਨਾ ਕਦੇ ਲੋਹਾ ਨਹੀਂ ਬਣ ਸਕਦਾ ਗੁਰੂ ਕੀ ਸੰਗਤ ਲੋਹਾ ਤੇ ਸੋਨਾ ਇੱਕ ਕਹਿੰਦੇ ਤੂੰ ਉੱਤੇ ਇੱਕ ਵਾਰਸ ਵੀ ਹੈ ਜਿਹੜਾ ਗੁਰੂ ਕੀ ਸੰਗਤ ਅੱਠਾਂ ਧਾਤਾਂ ਨੂੰ ਸੋਨਾ ਬਣਾ ਕੇ ਰੱਖ ਦਿੰਦਾ ਗੁਰੂ ਕੀ ਸੰਗਤ ਸਾਡੇ ਸਤਿਗੁਰੂ ਪਾਤਸ਼ਾਹ ਜੀ ਸੱਚ ਸੱਚ ਰਹਿੰਦਾ ਨਕਲ ਨਕਲ ਝੂਠ ਝੂਠ ਰਹਿੰਦਾ ਅਸਲ ਅਸਲ ਰਹਿੰਦਾ ਨਕਲ ਨਕਲ ਰਹਿੰਦਾ ਪਰ ਜੇ ਕੋਈ ਕਹੀਏ ਕਿ ਅਸੀਂ ਸਾਧ ਸੰਗਤ ਦੀ ਨਕਲ ਨੂੰ ਅਸਲ ਬਣਾ ਦਈਏ ਇਹ ਕਦੇ ਹੋ ਨਹੀਂ ਸਕਦਾ ਤੇ ਅਸਲ ਨੂੰ ਜੇ ਕਹੀਏ ਅਸੀਂ ਮੈਂ ਕੀਰਤਨ ਵਿੱਚ ਇੱਕ ਬੇਨਤੀ ਕਰਦਾ ਹੁਣਾ
ਜੇ ਤੁਹਾਡੇ ਜੀਵਨ 'ਚ ਕੋਈ ਕਮੀ ਹੈ, ਸਾਰੀ ਦੁਨੀਆ ਤੁਹਾਡੀ ਵਡਿਆਈ ਕਰਦੇ ਤੇ ਤੁਹਾਡੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਮਾਫ ਕਰਨਾ, ਸਾਰੀ ਦੁਨੀਆ ਤੁਹਾਡੀ ਵਡਿਆਈ ਕਰ ਦੇਵੇ, ਤੁਹਾਡੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਤੇ ਜੇ ਤੁਹਾਡੇ 'ਚ ਕਮੀ ਨਹੀਂ, ਸਾਰੀ ਦੁਨੀਆ ਤੁਹਾਡੀ ਮਿੱਟੀ ਪੱਟ ਦੇਵੇ, ਤੁਹਾਡੀ ਕਦੀ ਢਹਿੰਦੀ ਕਲਾ ਨਹੀਂ ਹੋ ਸਕਦੀ। ਖਾਲਸਾ ਜੀ, ਕੌਮਾਂ ਕਿਤੇ ਨੋਟਾਂ ਤੇ ਵੋਟਾਂ ਨਾਲ ਨਹੀਂ ਬਣਦੀਆਂ। ਗੱਲ ਅੱਜ ਗੁਰੂ ਕੀ ਸੰਗਤ, ਮਾਫ ਕਰਨਾ, ਮੈਨੂੰ ਬੜੀ ਖੁਸ਼ੀ ਹੋਈ ਕੱਲ ਇਹਨਾਂ ਨੂੰ ਮਿਲ ਕੇ। ਉੱਥੇ ਤੇ ਬਾਬਾ ਰਾਮ ਰਾਏ ਵਰਗਿਆਂ ਨੇ ਇੱਕ ਤੁਕ ਤੇ ਮਾਫ ਕਰਨ, ਇੱਕ ਤੁਕ ਬਦਲਣ ਦੀ ਕੋਸ਼ਿਸ਼ ਕੀਤੀ। ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਦੀ ਕਹਿਣ ਦੀ ਕੋਸ਼ਿਸ਼ ਕੀਤੀ। ਇਤਿਹਾਸ ਦੱਸਦਾ ਕਿ ਇਹਨਾਂ ਲਾਇਕ ਪੁੱਤਰ ਜਿਹਨੇ ਬਾਬਾ ਰਾਮ ਰਾਏ ਜੀ ਗੁਰੂ ਹਰਿ ਮਹਾਰਾਜ 7ਵੇਂ ਪਾਤਸ਼ਾਹ ਦੇ ਲਾਇਕ ਪੁੱਤਰ ਸਨ, ਇਹਨਾਂ ਲਾਇਕ ਪੁੱਤਰ ਨਹੀਂ ਕੋਈ ਹੋਇਆ। ਪਰ ਬਾਪੂ ਨੇ, ਪਿਤਾ ਨੇ ਇਹੋ ਜਿਹੇ ਲਾਇਕ ਪੁੱਤਰ ਦਾ ਲਿਹਾਜ਼ ਨਹੀਂ ਕੀਤਾ। ਖਾਲਸਾ ਦੀ ਸਾਰੀ ਜ਼ਿੰਦਗੀ ਮੱਥੇ ਨਹੀਂ ਲਾਇਆ। ਅੰਤ ਬਾਬਾ ਰਾਮ ਰਾਏ ਗੁਰੂ ਕੀ ਸੰਗਤ, ਆਪਾਂ ਸਾਰੇ ਜਾਣਦੇ ਹਾਂ, ਮਸੰਦਾਂ ਨੇ ਜਿਉਂਦੇ ਨੂੰ ਦੇਹਰਾਦੂਨ ਦੇ ਵਿੱਚ ਗੁਰੂ ਕੀ ਸੰਗਤ ਅੱਗ ਲਾ ਕੇ ਮਾਫ ਕਰਨਾ ਗੁਰੂ ਕੀ ਸੰਗਤ ਸਾੜ ਦਿੱਤਾ ਸੀ। ਇੱਥੇ ਗੱਲ ਚੱਲੀ ਹੈ ਗੁਰੂ ਕੀ ਸੰਗਤ ਗੁਰਸਿੱਖ ਮੀਤ ਚਲੋ ਗੁਰ ਚਾਲੀ। ਆਪਾਂ ਅੱਜ ਕਿਉਂ ਢਹਿੰਦੀ ਕਲਾ ਸਾਡੀ ਹੁੰਦੀ ਜਾ ਰਹੀ ਹੈ? ਮਾਫ ਕਰਨਾ, ਭਾਈ ਸਾਹਿਬ ਦੱਸ ਰਹੇ ਸੀ ਅਸੀਂ ਇਹਨਾਂ ਨੂੰ ਕੋਈ ਜਲਵਾ ਦਿਖਾਣਾ ਪੰਜਾਬ ਦੇ ਵਿੱਚ। ਮੈਂ ਕੱਲ ਵੀ ਇਹਨਾਂ ਨੂੰ ਆਖਿਆ ਸੀ ਕਿ ਬੜੇ ਲੋਕ ਦਾੜੀਆਂ ਕੱਢਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਬੜੇ ਲੋਕ ਕੇਸ ਕਤਲ ਕਰਾਉਂਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਭਾਈ ਸਾਹਿਬ ਨੂੰ ਕਿਹਾ ਸੀ ਵੀ ਜਿੱਥੇ ਦਾਸ ਦੇ ਦੋਹਣ ਚੱਲਦੇ ਨੇ, ਤੇ ਜੇ ਤੁਹਾਨੂੰ ਉੱਥੇ 90% ਬੰਦੇ ਕੇਸਾ ਧਾਰੀ ਤੇ ਅੰਮ੍ਰਿਤਧਾਰੀ ਨਾ ਮਿਲਣ, ਅਸੀਂ ਪ੍ਰਚਾਰ ਕਰਨਾ ਬੰਦ ਕਰ ਦਿਆਂਗੇ। ਖਾਲਸਾ ਜੀ, ਇੱਕ ਮੈਂ ਤੁਹਾਨੂੰ ਲਿਆਣਾ ਚਾਹੁੰਦਾ ਇੱਕ ਮੋੜ ਤੇ। ਮੈਨੂੰ ਬੜੀ ਖੁਸ਼ੀ ਹੁੰਦੀ ਉਦੋਂ ਜਦੋਂ ਆਏ ਮਿਲ ਗੁਰਸਿੱਖ ਆਏ ਮਿਲ, ਸਾਰੇ ਪੜੋ ਆਏ ਮਿਲ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ। ਅਸੀਂ ਫਤਿਹਗੜ੍ਹ ਸਰਹੰਦ ਦੀ ਸਭਾ ਤੇ ਗੁਰੂ ਘਰ ਜੋਤੀ ਸਰੂਪ ਦੇ ਸਾਹਮਣੇ ਮਾਫ ਕਰਨਾ ਦੀਵਾਨ ਸੱਜਾ ਸੀ। ਘੱਟੋ ਘੱਟ ਲੱਖ 1.5 ਲੱਖ ਬੰਦੇ ਦਾ ਇਕੱਠ ਹੋਣਾ। ਇੱਥੋਂ ਬਾਹਰਲੇ ਕੰਟਰੀਆਂ ਤੋਂ ਲੋਕੀ ਗਏ ਸਨ, ਕੋਈ ਸੰਗਤਾਂ। ਮੈਂ ਉਹਨੂੰ ਕਿਹਾ ਮੈਂ ਝਾਤੀ ਮਾਰੋ ਉਸ ਪੰਡਾਲ ਦੇ ਵਿੱਚ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨੇ ਕੇਸ ਕਤਲ ਕੀਤੇ ਨੇ। ਪਰ ਇੱਕ ਗੱਲ ਕਹਿਣ ਤੋਂ ਮੈਂ ਸੰਕੋਚ ਨਹੀਂ ਕਰੂੰਗਾ। ਤੁਸੀਂ ਕੱਲ ਇੱਕ ਬਹੁਤ ਵੱਡੀ ਗੱਲ ਕਹੀ ਸੀ ਕਿ ਕਸੂਰ ਸਾਡਾ ਪ੍ਰਚਾਰ ਕਰਦਾ। ਇੱਕ ਵਾਰੀ ਕਹਤੇ ਬਾਹਰੋਂ ਮੈਂ ਇਹਦੀ ਥੋੜੀ ਜਿਹੀ ਪੁਸ਼ਟੀ ਲੱਗਾ ਕਰਨ, ਸਮਾਂ ਮੇਰੇ ਕੋਲ 1 ਘੰਟਾ ਹੈ। ਸਿੰਘ ਸਾਹਿਬ ਜੀ, ਮਾਫ ਕਰਨਾ, ਜਿੱਥੇ ਕੋਈ ਟਾਹਲੀ ਦਾ ਦਰਖਤ ਨਾ ਹੋਵੇ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅਸੀਂ ਜਦੋਂ ਵੀ ਕੋਈ ਗੱਲ ਕਰਦੇ ਆ ਬਾਦ ਦਲੀਲ ਕਰਦੇ ਹਾਂ। ਵਿੱਚ 5ਵੇਂ ਪਾਤਸ਼ਾਹ ਤੱਕ ਪ੍ਰਚਾਰ ਰਿਹਾ ਹੀ ਬਾਦ ਦਲੀਲ ਦਾ, ਪਿਆਰ ਦਾ ਵਿਚਾਰ ਦਾ। ਪਰ ਸਾਧ ਸੰਗਤ ਜੀ, ਮਾਫ ਕਰਨਾ, ਤਲਵਾਰ ਦੀ ਮੁੱਠੀ ਦੇ ਹੱਥ ਤੇ ਉਦੋਂ ਗਿਆ ਨਾ ਜਦੋਂ ਗੁਰੂ ਕੀ ਸੰਗਤ, ਮਾਫ ਕਰਨਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਤਤੀਆਂ ਤਵੀਆਂ ਤੇ ਬਿਠਾ ਕੇ ਬੜੇ ਤਸੀਹੇ ਦਿੱਤੇ ਗਏ। 2 ਤਲਵਾਰੀ ਬੱਧੀਆਂ। ਫਿਰ ਨਾਲ ਇਹ ਵੀ ਬਚਨ ਕੀਤਾ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ, ਇਹ ਵੀ ਬਚਨ ਕੀਤਾ, ਬਾਬਾ ਜੀ ਹੁਣ ਮਾਲਾ ਫੇਰਨ ਦਾ ਸਮਾਂ ਨਹੀਂ ਰਿਹਾ, ਭਗਤੀ ਦੇ ਨਾਲ ਸ਼ਕਤੀ ਵਰਤਣੀ ਯਥਾਯੋਗ ਹੈ। ਜੇ ਕੁੱਤਾ ਮੂੰਹ ਪਾਵੇ, ਤੇ ਜਿਵੇਂ ਭਾਈ ਸਾਹਿਬ ਬੋਲ ਕੇ ਗਏ ਨੇ, ਜੇ ਕੁੱਤਾ ਮੂੰਹ ਪਾਵੇ ਉਹਨੂੰ ਸੋਟੀ ਮਾਰਨੀ, ਕੋਈ ਗੁਨਾਹ ਨਹੀਂ। ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ। ਫਕੀਰ ਦੀ, ਮਾਫ ਕਰਨਾ, ਤਲਵਾਰ ਦੀ ਮੁੱਠੀ ਤੇ ਉਦੋਂ ਹੱਥ ਗਿਆ। ਇਹ ਤਾਂ ਦਾਸ ਅਰਜ ਕਰ ਰਿਹਾ ਸੀ, ਜੇ ਕਿਸੇ ਜ਼ਿਮੀਂਦਾਰ ਦੇ ਖੇਤ ਦੇ ਕੰਢੇ ਤੇ ਜੇ ਕੋਈ ਟਾਹਲੀ ਦਾ ਦਰਖਤ ਨਾ ਹੋਵੇ, ਤੂਤ ਦਾ ਦਰਖਤ ਨਾ ਹੋਵੇ, ਜਾਂ ਉੱਥੇ ਕੋਈ ਬਰੂਟੇ ਦਾ ਦਰਖਤ ਨਾ ਹੋਵੇ, ਕੋਈ ਸ਼ਾਨਦਾਰ ਦਰਖਤ ਨਾ ਹੋਵੇ, ਗਰਮੀ ਦਾ ਹੋਵੇ ਮਹੀਨਾ, ਤੇ ਮਾਫ ਕਰਨਾ ਸਾਧ ਸੰਗਤ ਜੀ, ਉਹਦੇ ਖੇਤ ਦੇ ਕੰਢੇ ਤੇ ਕੋਈ ਰਿੰਡ ਦਾ ਬੂਟਾ ਖਲੋਤਾ ਹੋਵੇ, ਭਾਈ ਸਾਹਿਬ ਜੀ ਉਹ ਜ਼ਿਮੀਂਦਾਰ ਉਹ ਰਿੰਡ ਦੀ ਛਾਵੇਂ ਤੇ ਉਹਨੂੰ ਬਹਿਣਾ ਹੀ ਬਹਿਣਾ ਨਾ। ਇੱਕ ਵਾਰੀ ਕਹਿ ਦੇ ਹੁਣ ਤੂਤ ਦਾ ਬੂਟਾ ਕੋਈ ਨਹੀਂ, ਟਾਹਲੀ ਦਾ ਬੂਟਾ ਕੋਈ ਨਹੀਂ, ਉੱਥੇ ਬਰੂਟੇ ਦਾ ਬੂਟਾ ਕੋਈ ਨਹੀਂ, ਉੱਥੇ ਰਿੰਡ ਦਾ ਬੂਟਾ ਹੈ। ਹੁਣ ਜ਼ਿਮੀਂਦਾਰ ਨੇ ਉਸ ਰਿੰਡ ਦੀ ਛਾਵੇਂ ਤੇ ਬਹਿਣਾ। ਜਿੱਥੇ ਸਾਡਾ ਪ੍ਰਚਾਰ ਨਹੀਂ, ਉੱਥੇ ਤੁਹਾਨੂੰ ਸਰਸੇ ਵਾਲੇ ਵੀ ਮਿਲਣਗੇ, ਉੱਥੇ ਤੁਹਾਨੂੰ ਭਨਿਆਰੇ ਵਾਲੇ ਵੀ ਮਿਲਣਗੇ। ਗੱਲ ਸਾਧ ਸੰਗਤ ਜੀ, ਜਿਹੜਾ ਪ੍ਰਚਾਰ ਹੈ ਇਹ ਤਲਵਾਰ ਦਾ ਕੰਮ ਕਰਦਾ। ਜਿਹੜਾ ਪ੍ਰਚਾਰ ਹੈ ਨਾ, ਕੌਮਾਂ ਕਦੇ ਨੋਟਾਂ ਤੇ ਵੋਟਾਂ ਨਾਲ ਨਹੀਂ ਬਣਦੀਆਂ। 500 ਬੰਦਾ ਲੈ ਕੇ ਹਰੀ ਸਿੰਘ ਨਾਲ ਲੱਖਾਂ ਦੇ ਗੱਲ ਜਾ ਪੈਂਦਾ ਸੀ। ਕਈ ਵਾਰੀ ਨਾਲ ਦੇ ਸਾਥੀਆਂ ਨੇ ਕਹਿਣਾ, ਬਾਬਾ ਜੀ, ਨਾਲ ਦੇ ਸਾਥੀਆਂ ਨੇ ਕਹਿਣਾ, ਅਸੀਂ ਸਾਰੇ ਸਤਿਗੁਰੂ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ, ਪਰ ਜੋ ਮਾਫ ਕਰਨਾ, ਜੋ 5ਵੇਂ ਜਾਮੇ 'ਚ ਕੰਮ ਕੀਤੇ ਨੇ, ਬਹੁਤ ਘੱਟ ਲੋਕਾਂ ਨੂੰ ਪਤਾ। ਖਾਲਸਾ ਜੀ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜੋ ਗੁਰੂ ਅਰਜਨ ਦੇਵ ਮਹਾਰਾਜ ਨੇ 5ਵੇਂ ਸਰੂਪ 'ਚ ਕੰਮ ਕੀਤੇ ਨੇ ਨਾ, ਕਿਸੇ ਧਰਮ ਦੀ ਚੜ੍ਹਦੀ ਕਲਾ ਦੇ 3 ਜਾਂ 4 ਪ੍ਰਤੀਕ ਹੁੰਦੇ ਨੇ, ਨਿਸ਼ਾਨ ਹੁੰਦੇ ਨੇ।
पहले नंबर ते उस स्थान का, उस धर्म का केंद्र दुनिया के मुकाबले ते मुसलमानों का केंद्र मक्का, हिंदुओं का केंद्र द्वारका युद्ध, माफ करना ईसाइयों का केंद्र सेंटर इजराइल, जिसनों इसराइल भी कह देंगे ने, जिथे ईसा का जन्म होया सी। ਇਹਦਾ मुकाबले ते सतगुरु गुरु अर्जन देव महाराज जी ने श्री हरमंदिर साहिब दी नहीं रखी खालसा दी। जिठे सभे थाम नहीं तुद जेहा बद्धो पुरख बदाते तां तू सोहया। दूजे नंबर ते किसे धर्म की चढ़दी कला का, किसे धर्म के अगे वधन का सब तू वड्डा कारण उस धर्म का ग्रंथ, एक बारी कह दे वाहिगुरू, सतगुरु पातशाह ने रमैन ते गीता, माफ करना बाइबल इंजील कुरान शरीफ, इन्हां दे मुकाबले ते मुकाबला ते की करना सी, ये तारियां दी तरह ग्रंथां दे मुकाबले ते गुरु ग्रंथ साहब महाराज वर्गे गुरु ग्रंथ साहब दी सिरजना की खालसा जी। बलिहारी गुर अपने दिहाड़ी सदवार जिन मानस ते देवते किए करत न लागी। वार जो कम पंजवें स्वरूप च कीते न, समा मेरे को बहुत थोड़ा, तत्ती तवी ते बैठे सन, अज कहते लो गर्म सी, कोई कहता लो गर्म सी, कोई कहता लो चल रही सी, आप लो भी कह दें, रोटियां पकाने वाली तवी नूं लो भी कह दें, कोई कहता लो चल रही सी, कोई कहता लो गर्म सी। पर माफ करना तत्ती तवी ते बहना और लिख देना जेकर गुरु अर्जन बाणी नूं किसी ने पढ़ना सी, लिख देना जेकर गुरु अर्जन बाणी नूं किसने पढ़ना सी, सिर तली ते केस टकाउणे सी, बिन सिर दे किसने लड़ना सी, बिन सिर दे किसने लड़ना सी, देगां विच किसने कढ़ना सी, कंधां विच किसने खड़ना सी, चरखड़ी ते किन्ने किन्ने चढ़ना सी, तंग आके जून गुलामी तू लड़ मौत दा किन्ने फड़ना सी। मां करना गुरु की संगत बाणी, एक जिन्होंने ने साइंस पढ़ी है, यू नो वेरी वेल देन टू मी, एक प्रैक्टिकल हुंदा है, एक थेरी हुंदी है। जे थेरी गलत होवे ते प्रैक्टिकल गलत हो जाता है, जे प्रैक्टिकल गलत होवे ते माफ करना, जे थेरी गलत होवे ते प्रैक्टिकल गलत हो जाता है। जो थेरी च प्रैक्टिकल च जो प्रैक्टिकल है ओदी व्याख्या करिए ते थेरी बन जाती है। एक बारी कह दे वाहिगुरू, एक बारी फिर कह दे वाहिगुरू, एक बारी फिर कह दो वाहिगुरू। बाणी का जहाज लिखवाया जा रहा है। साई मियां मीर लाहौर के रहने वाले सतगुरु पातशाह इस्लाम के खिलाफ नहीं सन, इंसानियत के मसीहा सन। माफ करना, जे इस्लाम के खिलाफ होंदे ते 7 मुसलमान फकीरां की बाणी गुरु ग्रंथ साहिब दर्ज क्यों की जाती? बाबा फरीद जी जात दे मुसलमान, भगत कबीर जी जात दे जुलाहे मुसलमान, भाई मरदाना जात दा मराशी मुसलमान, सत्ता बलवंडा जात दे मराशी मुसलमान, गुरु नानक दे दरबार दा पहला कीर्तनिया भाई मरदाना जात दा मराशी मुसलमान, गुरु हरगोबिंद समार दे दरबार दा पहला ढाडी अब्दुल गफार जात दा मुसलमान। माफ करना, जरा ध्यान देना पवेगा, बड़ा मजा आता है। अजकल तो माफ करना गुरु किस्म का आप एक दूजे की गल सुन के राजी नहीं, और गुरु की गल कोई करता हो तो साध संग सानू चाह ना चढ़े, सानू खुशी ना हो। भाई साहब विचार करके गए ने, बरदास आप जी लिया रहा गुरु की संगत। माफ करना, साई मियां मीर दा गुरु अर्जन देव महाराज दे चरणा च पुजना, बाणी उचारण की जारी सरदान दे अंदर रवाया, परस राम रोवे कर आया। माफ करना, बाणी लिखवा रहा ना सतगुरु पातशाह, तेरा किया मीठा लागे हर नाम पदार्थ नानक मांगे। जदों ये तुक्का पातशाह लिखवा रहे तो मियां मीर आया, पातशाह के चरणा च बह गया, आखे पातशाह आ की तुक्का लिखवातियां ने। जिगरी दोस्त भी सी, जिगरी मार दा अन श्रद्धालु भी सी, प्यार वाला भी सी, रब नूं पुज्या है फकीर। इन्हें बेनती की, महाराज आ तुक आ की गुरबाणी दी तुक्का लिखा रहे हो, तेरा किया मीठा लागे। माफ करना गुरु की संगत, तेरा किया मीठा लागे हर नाम पदार्थ नानक मांगे। माफ करना महाराज, भाणा मनना बड़ा औखा है। महाराज मैं अपने धर्म की गल नहीं करता, एक बार कह दे भाई, एक बार फिर कह दे भाई, महाराज मैं तुहाडे धर्म की गल कर रहा। तुहाडे आदि गुरु नानक ने मारू राग विच बाणी उचारण करदे बड़िया बड़िया का जिक्र किया, सहन सरदान दे इंद्र रोआया, भाणा मनन ते गल आई स्वर्गां दे राजे इंद्र वर्गे रोए। परशुराम रोवे घरे आया,
परशुराम वर्गे रोए, मारा भाणा मनण ते गल आई, राजे अज वर्गे रोए, भाणा मनण ते गल आई, रोवे राम निकाला पाया, सीता लक्ष्मण विछड़ गया। भाणा मनण ते गल आई, राजे जनमेजे वर्गे रोए, भाणा मनण ते गल आई ते 10 सिरां वाला रावण भी रोया। महाराज ये बाणी माफ करना ना दर्ज करो गुरु ग्रंथ ਸਾਹਿਬ ਦੀ बाणी विच। पातशाह ने आख्या मियाँ मीर यारा कदी तेनू दसांगे कि भाणा किवें मन्नीदा, भाणा किवें मन्नीदा। खैर महाराज दे चरनां 'च बैठ गया, बाणी दर्ज करवा रही है, तन मन काट काट सब अर्पी, विच अग्नि आप जलाई। समा बीतदा तुरिया जांदा जी, बड़े कारण सन। एक चंदू कारण बनिया, एक भरा वड्डा भरा प्रजी चंद कारण बनिया। पर याद रखना सज्जणों, ਜਿਹੜੇ घर ਦੇ कुत्ते चोरां ਨਾਲ मिल जाना, उस घर का बचना बड़ा मुश्किल है। खालसा जी एक बारी कह दो बार, उस घर का बचना बड़ा मुश्किल है। मेरे को समा बहुत थोड़ा है। माफ करना एक चंदू भी कारण बनिया, और तत्ती तवी ते बैठ के किसे भौरे करनी दसी सबर दी जंग तैनू। दिल्ली चांदनी चौक बाजार अंदर किसे दसिया जीवन का ढंग तैनू, जो जो सड़े तू भट्ठियां विच पै पै तू चढ़िया कुर्बानी का रंग तैनू। माफ करना तुसीं मैनू सिखरी गल पुछदे भाई साहब जी, आपां सारे बैठे हैं। एक हुंदा मिथिहास, मैं तुहानूं पिछे लै चलिया। एक हुंदा मिथिहास, एक हुंदा इतिहास। मिथिहास ते इतिहास दिन ते रात वाला फर्क है। मिथिहास कहंदा ना मिथी होई गल नूं, कहंदा ना राम, कहंदा ना हनुमान दी पूछ एक गुणा सड़दी सी ते 100 गुणा वधदी सी। कित्थे वधी ते कित्थे सड़ी किसे नूं कोई पता नहीं। एक बारी कह दो बाहर, एक बारी फेर कह दो बहरू, कित्थे वधी ते कित्थे सड़ी। राम दा जन्म कदों होया कोई तरीक नहीं मिलती। खालसा जी एक बारी कह दो बहरू, एक बारी फेर कह दो। माफ करना कृष्ण भगवान दा जन्म कदों होया कोई तरीक नहीं मिलती। एक गल मिथी आ, राम नवमी, राम माफ करना कोई कहंदा गुरु किसन कुछ कहता, पर जरा ध्यान देना पवेगा। आपां कहने आ कि गुरु की संगत सारे कहने आ कि भीम साहब ने हाथी चला चला के काश मारे, अजे तक वापसी नहीं आए। हाथी सन गए किते बांटे चुके सुट दिते सन, पर ख्याल देना पवेगा। और सिक्खी की गल मैनू पुछदे आ, कौड़े रीठे मिठे कीते ही नहीं सन, कौड़े रीठे अज भी मिठे ने। कौड़े रीठे अज भी मिठे ने। आकां दे नालों खखड़ियां दे विचों अंमृत चुआया ही नहीं सी। राजस्थान च गुरुद्वारा बन रहा है, अक्कां दे बूटे अज भी खड़े ने। साहिबजादे नीहां विच चिड़े नहीं सन गए, चिड़े नहीं सन गए, कहण मात्र गल नहीं, चिड़े गए सन। दोबार अज भी खलोती है। माफ करना, 9वें पातशाह दिल्ली विच सीस चांदनी चौक अंदर बाजार अंदर दिता। चौक का नां अज भी चांदनी चौक है। माफ करना, चमकौर की गढ़ी का जंग लड़िया, चमकौर अज भी खलोता है। जे सिक्खी की गल पुछनी तो सरहद की खूनी दवार तो पुछो, सिक्खी की गल पुछनी तो लाहौर दियां तत्तियां तवियां तो पुछो। जरा ध्यान देना पवेगा, दास दूजे पासे ना जावे। आ तुक्का किसी ने मननियां नहीं सन। जे तो प्रेम खेलन का चाहो, ये थेरी मनो ते नाल प्रैक्टी। जो थेरी है प्रैक्टिकल है, जो प्रैक्टिकल है थेरी है। ये गल लिखी नहीं सज्जनों, समा बहुत थोड़ा जी। जे तो प्रेम खेलन का चाहो, सिर तर तली, सिर तली ते रखिया ही नहीं, सिर रख के तली ते अमर शहीद मरजीवड़ा योधा बाबा दीप सिंह लड़िया भी है। खालसा जे तो प्रेम खेलन का चाहो, सिर तर तली गली मेरी आओ। माफ करना, इत मार्ग पैर तरीजै, सिर दीजै कान ना कीजै, सूरा सो पहचानी है। जो लरै दीन के हेत पुरजा पुरजा, पुरजा क्या ही नहीं, भाई मणि सिंह ने पुरजा पुरजा कटवाया भी है। भाई मणि सिंह ने पुरजा पुरजा कटवाया भी है। टुक टुक करते करते समा थोड़ा विचार इशारे मात्र हो रही है। भाई मणि सिंह होरां दा बंद बंद कटिया जा रहा। भाई साहब ने सुखमनी साहब का पाठ शुरू किया है। जलाद बंद बंद कटदा, टोकरे च रखी जाता, टुक 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 टुक।
ਪੈਰਾਂ ਤੋਂ ਲੈ ਕੇ ਕੱਢਦੇ ਕੱਢਦੇ ਹੱਥਾਂ ਤੋਂ ਮੋਢਿਆਂ ਤੱਕ, ਪੈਰਾਂ ਤੋਂ ਗੁਰੂ ਕੀ ਸੰਗਤ ਪੱਟਾਂ ਤੱਕ ਅੱਗੇ ਵਧਿਆ। ਭਾਈ ਮਣੀ ਸਿੰਘ ਹੋਰੀ ਪਾਠ ਕਰੀ ਜਾ ਰਹੇ ਨੇ, ਗੁਰੂ ਕੀ ਸੰਗਤ ਪਾਠ ਕਰਦੇ ਜਾ ਰਹੇ ਨੇ, ਪਾਠ ਕਰਦੇ ਜਾ ਰਹੇ ਨੇ। ਜਲਾਦ ਵੇਖ ਕੇ ਹੈਰਾਨ ਹੋ ਰਿਹਾ ਹੈ, ਬੰਦਾ ਬੜਾ ਕਮਾਲ ਹੈ। ਗੋਡੇ ਕੱਟੇ ਗਏ, ਮੋਢੇ ਕੱਟੇ ਗਏ, ਅਜੇ ਵੀ ਪਾਣੀ ਪੜੀ ਜਾਂਦਾ। ਜਲਾਦ ਨੇ ਟੁੱਕ ਟੁੱਕ ਕਰਦੇ ਕਰਦੇ ਛਾਤੀ ਤੇ ਟੋਕਾ ਮਾਰਿਆ, ਪਰ ਪਾਠ ਫੇਰ ਵੀ ਚੱਲ ਰਿਹਾ। ਖਾਲਸਾ ਪਾਠ ਫੇਰ ਵੀ ਚੱਲ ਰਿਹਾ। ਜਲਾਦ ਦੀ ਹੈਰਾਨਗੀ ਵੱਧਦੀ, ਹੋਰ ਵੱਧਦੀ। ਹੈਰਾਨਗੀ ਨਹੀਂ, ਉਹਦੀ ਪਰੇਸ਼ਾਨੀ ਵੀ ਵੱਧਦੀ। ਜਦੋਂ ਜਲਾਦ ਨੇ ਭਾਈ ਮਣੀ ਸਿੰਘ ਹੋਰਾਂ ਦੀ ਗਰਦਨ ਤੇ ਟੋਕਾ ਮਾਰਿਆ, 8ਵੀਂ ਅਸ਼ਟਪਦੀ ਦੇ ਭੋਗ ਪਾਏ ਨੇ ਭਾਈ ਮਣੀ ਸਿੰਘ ਹੋਰਾਂ ਨੇ, ਸਾਰਾ ਸਰੀਰ ਕੱਟ ਕੇ ਟੁੱਕ ਕੇ ਟੋਕਰੇ 'ਚ ਰੱਖ ਦਿੱਤਾ। ਜਲਾਦ ਸਮੇਂ ਦਾ ਹੁਕਮਰਾਨ ਹੈਰਾਨ ਹੋ ਰਿਹਾ। ਸਰੀਰ ਦਾ ਸਰੀਰ, ਸਿੱਖ ਦਾ ਸਰੀਰ ਕੱਟਿਆ ਗਿਆ, ਟੁੱਕ ਟੁੱਕ ਕੀਤਾ ਗਿਆ, ਸਾਰਾ ਸਰੀਰ ਟੋਕਰੇ 'ਚ ਰੱਖ ਦਿੱਤਾ। ਰਹਿੰਦੀਆਂ 16 ਅਸ਼ਟਪਦੀਆਂ ਦਾ ਪਾਠ ਭਾਈ ਮਣੀ ਸਿੰਘ ਹੋਰਾਂ ਦੇ ਸਰੀਰ ਦੇ ਕੱਟੇ ਬੰਦਾ ਨੇ ਕੀਤਾ ਸੀ। ਕੀਤੇ ਬੰਦਾ ਨੇ ਕੀਤਾ ਸੀ 16 ਅਸ਼ਟਪਦੀਆਂ ਦਾ ਪਾਠ। ਉਹ ਲਿਖਦੇ ਨਾ, ਜੇਕਰ ਗੁਰੂ ਅਰਜਨ ਬਾਣੀ ਨੂੰ ਕਿਸਨੇ ਲੋਕਾਂ ਆਖਿਆ ਕਰਨਾ ਸੀ ਵਾਧੂ ਜੀ ਗੱਲ ਆ। ਮੈਂ ਕਦਰ ਪੜ ਰਿਹਾ ਸੀ, ਭਗਤ ਰਵਿਦਾਸ ਜੀ ਦਾ ਮਾਫ ਕਰਨਾ, ਇੱਕ ਤਾਂ ਪ੍ਰਕਾਸ਼ ਦਿਵਸ ਮਨਾਇਆ ਗਿਆ, ਮੈਨੂੰ ਸੱਦਿਆ। ਸਾਡੇ ਇੰਡੀਆ ਦੇ ਇੱਕ ਮੰਤਰੀ ਮੇਰੇ ਕਾਫੀ ਮਿਲਣ ਵਾਲੇ ਨੇ, ਵਾਲੇ ਤੋਂ ਸੂਰਜਬਾਨ। ਉਹ ਲੱਗਾ ਕਹਿਣ, ਬਾਬਾ ਜੀ ਇੰਨਾ ਪਖੰਡ। ਕਹਿੰਦਾ ਹਨੂਮਾਨ ਦੀ ਤੇ ਪੂਛ ਦਿਖਾਉਂਦੇ ਨੇ, ਕਹਿੰਦਾ ਸਾਡੇ ਪਿੰਡਾਂ ਦੇ ਵਿੱਚ ਆਪਾਂ ਵੇਖਦੇ ਆ ਬਲਦਾਂ ਦੀਆਂ ਪੂਛਾਂ ਨੇ, ਇੱਕ ਵਾਰੀ ਕਹਦੇ ਵਹਿ ਤੇ ਗਾਵਾਂ ਦੀਆਂ ਵੀ ਪੂਛਾਂ ਨੇ। ਕਹਿੰਦਾ ਅਸੀਂ ਵੇਖਦੇ ਆ ਬੱਕਰੀਆਂ ਦੀਆਂ ਪੂਛਾਂ ਨੇ, ਬੱਕਰੀਆਂ ਦੀਆਂ ਪੂਛਾਂ ਨੇ। ਕਹਿੰਦਾ ਤੇ ਹਨੂਮਾਨ ਦੀ ਪੂਛ ਤੇ ਦਿਖਾਈ ਹੈ, ਤੇ ਇਹਨਾਂ ਦੀਆਂ ਜਨਾਨੀਆਂ ਦੀਆਂ ਪੂਛਾਂ ਕਿੱਥੇ ਨੇ? ਖਾਲਸਾ ਜੀ, ਜਦੋਂ ਉਹਨੇ ਸਟੇਜ ਤੇ ਗੱਲ ਕਹੀ, ਮੈਂ ਕਿਹਾ ਯਾਰ ਤੇਰੀ ਗੱਲ ਦੀ ਤੇ ਕੋਈ ਕੀਮਤ ਹੀ ਨਹੀਂ ਹੈਗੀ। ਇੱਕ ਵਾਰੀ ਕਹਿ ਦਿਓ ਵੈਰੂ ਬਈ ਤੇਰੀ ਗੱਲ ਦੀ ਤਾਂ ਕੋਈ ਕੀਮਤ ਨਹੀਂ ਹੈਗੀ। ਉਹ ਭੈਣੋ ਸਮਝਣੋ, ਟਰਾਈ ਟੂ ਫੋਲੋ ਇਟ, ਸਮਝਣ ਦੀ ਕੋਸ਼ਿਸ਼ ਕਰੋ। ਜਿਹੜੀ ਬਖਸ਼ਿਸ਼ ਸਾਡੇ ਪਾਤਸ਼ਾਹ ਕਰ ਗਏ ਨੇ ਹਿੰਦੂ ਮਤ ਦੇ ਵਿੱਚ, ਮਾਫ ਕਰਨਾ, ਜੰਜੂ ਹਿੰਦੂ ਭਰਾ ਪਾਉਂਦੇ ਨੇ, ਹਿੰਦੂ ਭੈਣਾਂ ਨਹੀਂ। ਇਸਲਾਮੀ ਮਤ ਵਿੱਚ ਸੁਨਤ ਮੁਸਲਮਾਨਾਂ ਦੀ ਕੀਤੀ ਜਾਂਦੀ, ਮੁਸਲਮਾਨੀਆਂ ਦੀ ਨਹੀਂ। ਤਾਂ ਆਪਾਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਇਸਤਰੀ ਲਿੰਗ ਪੁਲਿੰਗ ਪੜ੍ਹਦੇ ਹੁੰਦੇ ਸਾਂ। ਪਰ ਜਿਹੜਾ ਧਿਆਨ ਦੇਣਾ ਪਵੇਗਾ, ਧੰਨ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਮਰਦ ਤੇ ਇਸਤਰੀ ਦਾ ਭੇਦ ਮਿਟਾ ਕੇ ਰੱਖ ਦਿੱਤਾ। ਤੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਤਾਂ ਭਾਈਆਂ ਨੂੰ ਕਿਹਾ ਜਾਂਦਾ ਜੀ ਹੁਣੇ ਛਕਾ ਕੇ ਆਏ ਨੇ ਪੰਜੇ ਪਿਆਰੇ, ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਣਾ ਚੌਥੇ। ਬੋਲੋ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਭਾਈਆਂ ਨੂੰ ਇਹ ਕਿਹਾ ਜਾਂਦਾ ਤੇ ਭਾਈਆਂ ਨੂੰ, ਬੀਬੀਆਂ ਨੂੰ ਇਹ ਨਹੀਂ ਕਿਹਾ ਜਾਂਦਾ ਬੋਲੋ ਵਾਹਿਗੁਰੂ ਜੀ ਕੀ ਖਾਲਸੀ, ਇਹ ਨਹੀਂ ਕਿਹਾ ਜਾਂਦਾ ਬੋਲੋ ਵਾਹਿਗੁਰੂ ਜੀ ਕੀ ਖਾਲਸੀ। ਤੇ ਵਾਹਿਗੁਰੂ ਇਹ ਨਹੀਂ ਕਿਹਾ ਜਾਂਦਾ, ਉੱਥੇ ਬੀਬੀਆਂ ਨੂੰ ਵੀ ਕਿਹਾ ਜਾਂਦਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਫ ਖਾਲਸਾ ਕਿਆ ਨਹੀਂ, ਖਾਲਸਾ ਕਿਆ ਨਹੀਂ। और ਜਦੋਂ ਮਰਦਾਂ ਚ ਮਰਦਾਂ ਵਾਲੇ ਗੁਣ ਖਤਮ ਹੋ ਗਏ, ਸਮਾਂ ਥੋੜਾ, ਸਿੱਖ ਬਦਾਵੇ ਲਿਖ ਕੇ ਦੇ ਕੇ ਚਲੇ ਗਏ, ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ। ਜਦੋਂ ਮਰਦਾਂ ਚ ਮਰਦਾਂ ਵਾਲੇ ਗੁਣ ਖਤਮ ਹੋ ਗਏ ਤੇ ਸਿੱਖ ਬਦਾਵੇ ਲਿਖ ਕੇ ਦੇ ਗਏ, ਉਦੋਂ ਜੰਗ ਦੇ ਮੈਦਾਨ ਚ ਉਤਰੀ ਨਿਤਰੀ ਇੱਕ ਮਾਝੇ ਦੀ ਮਾਂ, ਇੱਕ ਮਾਝੇ ਦੀ ਭੈਣ, ਬੀਬੀ ਭਾਗੋ, ਜਿਹਨੇ ਮਰਦਾਂ ਵਿੱਚ ਮਰਦਾਂ ਵਾਲੇ ਸਾਨੂੰ ਸਰਦਾਰੀਆਂ ਬਖਸ਼ੀਆਂ। ਤੇ ਜਰਾ ਇੱਧਰ ਆਣਾ ਪਵੇਗਾ, ਲਿਖ ਦੇਣਾ ਜੇਕਰ ਗੁਰੂ ਅਰਜਨ, ਤਤੀ ਤਵੀ ਤੇ ਬੈਠੇ ਨੇ ਪਾਤਸ਼ਾਹ। ਸਮਾਂ ਆਇਆ, ਸਮਾਂ ਬਹੁਤ ਥੋੜਾ, ਮਾਸ ਸਰੀਰ ਦਾ ਚਿਰੜ ਕਰਕੇ ਸੜ ਰਿਹਾ। ਕਹਿੰਦਾ ਮੀਆਂ ਮੀਰ ਦੀਆਂ ਨਾੜਾਂ ਕੁਰਲਾਹਟ। ਅਰਜਨ ਗੁਰੂ ਨੇ ਜੱਗ ਨੂੰ ਦੱਸਿਆ ਸੀ, ਇੱਕ ਪਾਸੇ ਜ਼ੁਲਮ ਦੀ ਅੱਗ ਹੈ ਸੀ, ਇੱਕ ਪਾਸੇ ਭਾਰੀ ਤਪੱਸਿਆ ਸੀ, ਇੱਕ ਪਾਸੇ ਕੂੜ ਦਾ ਚੰਦਰਮਾ ਸੀ, ਮਾਫ ਕਰਨਾ, ਇੱਕ ਪਾਸੇ ਸੱਚ ਦਾ ਚੰਦਰਮਾ ਸੀ, ਇੱਕ ਪਾਸੇ ਕੂੜ ਦੀ ਮਸਿਆ ਸੀ। ਕਿਵੇਂ ਰਜਾ ਵਿੱਚ ਰਹੀ ਦਾ ਗੁਰੂ ਅਰਜਨ ਨੇ ਜੱਗ ਨੂੰ ਦੱਸਿਆ ਸੀ। ਮੀਆਂ ਮੀਰ ਦੀਆਂ ਨਾੜਾਂ ਕੁਰਲਾ ਉੱਠੀਆਂ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਇੱਕ ਵਾਰੀ ਫੇਰ ਕਹਿ ਦੇ ਵਾਹਿਗੁਰੂ। ਮੀਆਂ ਮੀਰ ਦੀਆਂ ਨਾੜਾਂ ਕੁਰਲਾ ਉੱਠੀਆਂ,
ਉਹਨੂੰ ਪੀਰਾਂ ਦੇ ਪੀਰਾਂ ਦਾ ਪੀਰ ਕਹਿ ਕੇ ਉਹਨੂੰ ਪੀਰਾਂ ਦੇ ਪੀਰਾਂ ਦਾ ਪੀਰ ਕਹਿ ਕੇ ਤਵੀ ਤੇ ਬੈ ਤੱਕ ਕੇ ਮੀਆਂ ਮੀਰ ਦੀ ਧਾਰ ਨਿਕਲ ਗਈ, ਪੁੱਬ ਨਿਕਲ ਗਈ। ਗਰੀਬ ਨਵਾਜ, ਇਹ ਕੀ ਹੋ ਰਿਹਾ, ਇਹ ਕੀ ਹੋ ਰਿਹਾ? ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਰਸਨਾ ਤੋਂ ਇੱਕ ਮਿੱਠੀ ਮਿੱਠੀ ਤੇ ਧੀਮੀ ਆਵਾਜ਼ ਕਹੀ ਜਾਂਦੇ ਸਨ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਮੀਆਂ ਮੀਰ ਨੇ ਆਖਿਆ ਪਾਤਸ਼ਾਹ ਇਹ ਕੀ ਹੋ ਰਿਹਾ, ਕੀ ਹੋ ਰਿਹਾ? ਗੁਰਦੇਵ ਨੇ ਆਖਿਆ ਮੀਆਂ ਮੀਰ ਉਹ ਵੇਲਾ ਯਾਦ ਕਰ, ਇਹ ਤੇਰੇ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ ਹੈ, ਇਹ ਤੇਰੇ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ। ਤੂੰ ਕਿਹਾ ਸੀ ਨਾ ਭਾਣਾ ਮੰਨਣਾ ਬੜਾ ਔਖਾ ਹੈ, ਤੇਰੇ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ। ਆ ਦੇਖ ਸਰੀਰ ਦੀ ਚਰਬੀ ਤੇ ਸਰੀਰ ਦਾ ਮਾਸ ਚਿੜ ਕਰਕੇ ਸੜ ਰਿਹਾ। ਮੀਆਂ ਮੀਰ ਤੇਰੇ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ। ਇਸ ਰੱਬ ਨੂੰ ਖੁਦਾ ਨੂੰ ਪਹੁੰਚੇ ਫਕੀਰ ਨੇ ਆਖਿਆ ਗਰੀਬ ਨਵਾਜ ਮੈਂ ਇਹਨਾਂ ਕੁਝ ਵੇਖ ਕੇ ਸਾਰ ਨਹੀਂ ਸਕਦਾ, ਯਾਰ ਨਹੀਂ ਸਕਦਾ। ਹੁਕਮ ਦੇਵੇਂ ਤਾਂ ਸਾਈਆਂ ਕਲਾ ਵਰਤਾ ਛੱਡਾਂ। ਕੀ ਇਹ ਦਿੱਲੀ ਲਾਹੌਰ ਦੀ ਬਾਦਸ਼ਾਹੀ ਫੜ ਕੇ ਇੱਟ ਨਾ ਇੱਟ ਖੜਕਾ ਛੱਡਾਂ। ਮਹਾਰਾਜ ਇੰਨਾ ਕੁਝ ਮੈਂ ਯਾਰ ਨਹੀਂ ਸਕਦਾ, ਮੈਂ ਕਰਾਮਾਤ ਵਿਖਾਊਂਗਾ। ਪੰਜਵੇਂ ਪਾਤਸ਼ਾਹ ਨੇ ਆਖਿਆ ਮੀਆਂ ਮੀਰ ਕਰਾਮਾਤ, ਕਰਾਮਾਤ ਵਿਖਾਵੇਂਗਾ? ਖੁਦਾ ਦੇ ਬੰਦੇ ਕਦੀ ਕਰਾਮਾਤ ਵਿਖਾ ਕੇ ਖੁਦਾ ਦੇ ਸ਼ਰੀਕ ਨਹੀਂ ਬਣਦੇ। ਤੇ ਜਿਹੜੀ ਕਰਾਮਾਤ ਦੀ ਗੱਲ ਕੀਤੀ ਤੂੰ, ਇੱਕ ਵਾਰ ਕਹਿ ਦੇ ਵਾਹਿਗੁਰੂ। ਉਹ ਤੱਤੀ ਤਵੀ ਤੇ ਬਹਿਣਾ, ਉਹ ਮੱਚ ਦੀ ਤਵੀ ਤੇ ਬਹਿਣਾ, ਕਿਸੇ ਮੱਚ ਦੀ ਤਵੀ ਤੇ ਬਹਿਣਾ ਤੇ ਮੂੰਹ ਤੋਂ ਸੀ ਤੱਕ ਨਾ ਉਚਾਰਨ ਕਰਨੀ, ਕਿਸੇ ਕਰਾਮਾਤ ਤੋਂ ਘੱਟ ਹੈ ਖਾਲਸਾ ਜੀ। ਇਹਨੇ ਆਖਿਆ ਗਰੀਬ ਨੂੰ ਮੈਂ ਕਰਾਮਾਤ ਵਿਖਾਵਾਂਗਾ। ਗੁਰਦੇਵ ਨੇ ਆਖਿਆ ਮੀਆਂ ਮੀਰ ਇਹ ਦੱਸ ਹੋਏ ਤੇਰੇ 'ਚ ਸ਼ਕਤੀ ਕਿੱਥੋਂ ਆਈ ਹੈ? ਇਹਨੇ ਆਖਿਆ ਮਰ ਮੇਰੇ 'ਚ ਸ਼ਕਤੀ ਤੁਹਾਡੀ ਸੇਵਾ ਕਰਕੇ ਆਈ ਆ। ਗੁਰਦੇਵ ਨੇ ਆਖਿਆ ਮੀਆਂ ਮੀਰ ਗੱਲ ਕਰਨ ਤੋਂ ਪਹਿਲਾਂ ਸੋਚ, ਜਿਨ੍ਹਾਂ ਦੀ ਸੇਵਾ ਕਰਕੇ ਤੇਰੇ 'ਚ ਇੰਨੀ ਸ਼ਕਤੀ ਆਈ ਹੈ ਕਿ ਉਹ ਸ਼ਕਤੀ ਤੋਂ ਖਾਲੀ ਬੈਠੇ ਨੇ? ਇੱਕ ਵਾਰੀ ਕਹਿ ਦੇ ਵਾਹਿਗੁਰੂ ਖਾਲਸਾ। ਉਹ ਸ਼ਕਤੀ ਤੋਂ ਖਾਲੀ ਬੈਠੇ ਨੇ। ਇਹਨੇ ਮਾਫ ਕਰਨਾ ਗੁਰੂ ਕੀ ਸੰਗਤ। ਫਿਰ ਆਖਿਆ ਗਰੀਬ ਨਵਾਜ ਮੈਂ ਇਹਨਾਂ ਕੋ ਸਹਾਰ ਨਹੀਂ ਸਕਦਾ। ਪੰਜਵੇਂ ਪਾਸੇ ਨੇ ਆਖਿਆ ਮੀਆਂ ਮੀਰ ਯਾਰਾ, ਇੱਕ ਵਾਰੀ ਕਹਿ ਦੇ ਵਾਹਿਗੁਰੂ। ਮੀਆਂ ਮੀਰ ਤੂੰ ਹਰਿਮੰਦਰ ਸਾਹਿਬ ਦੀ ਨਹੀਂ ਰੱਖੀ ਸੀ ਨਾ? ਰੱਖੀ ਸੀ ਨਾ? ਇੱਕ ਵਾਰੀ ਕਹਿ ਦੇ ਵਾਹਿਗੁਰੂ। ਤੂੰ ਹਰਿਮੰਦਰ ਸਾਹਿਬ ਦੀ ਨਹੀਂ ਰੱਖੀ ਸੀ? ਜਦੋਂ ਤੂੰ ਹਰਿਮੰਦਰ ਸਾਹਿਬ ਦੀ ਨਹੀਂ ਰੱਖੀ ਸੀ ਨਾ, ਉਦੋਂ ਮੈਂ ਤੇਰੇ ਕੰਮ 'ਚ ਕੋਈ ਵਿਗੜ ਨਹੀਂ ਸੀ ਪਾਇਆ। ਅਸੀਂ ਤੇਰੇ ਕੰਮ 'ਚ ਕੋਈ ਰੋਕ ਨਹੀਂ ਪਾਇਆ, ਕੋਈ ਰੋਕ ਨਹੀਂ ਪਾਈ। ਤੂੰ ਹਰਿਮੰਦਰ ਸਾਹਿਬ ਦੀ ਨਹੀਂ ਰੱਖੀ ਸੀ, ਅਸੀਂ ਤੱਤੀ ਤਵੀ ਤੇ ਬੈਠ ਕੇ ਅੱਜ ਸ਼ਹੀਦਾਂ ਦੀ ਨਹੀਂ ਰੱਖ ਰਹੇ ਹਾਂ। ਵੇਖੀ ਵੇਖੀ ਯਾਰਾ, ਕਿਤੇ ਮੇਰੇ ਕੰਮ ਵਿੱਚ ਵਿਗੜ ਨਾ ਪਾ ਦੇ, ਕਿਤੇ ਮੇਰੇ ਕੰਮ 'ਚ ਵਿਗੜ ਨਾ ਪਾਵੀਂ। ਇਹਨੇ ਫਿਰ ਆਖਿਆ ਮਹਾਰਾਜ ਇਹਨਾਂ ਕੁਝ। ਮਹਾਰਾਜ ਕਹਿੰਦਾ ਇੱਕ ਗੱਲ ਦਾ ਜਵਾਬ ਦੇ, ਜੇ ਲਲਾਰੀ ਦੇ ਕੋਲੋਂ ਪੱਕਾ ਰੰਗ ਕਰਾਉਣਾ ਹੋਵੇ ਤੇ ਕੱਚਾ ਰੰਗ ਕਰਾਉਣਾ ਹੋਵੇ, ਪੈਸੇ ਪੱਕੇ ਰੰਗ ਦੇ ਜ਼ਿਆਦਾ ਲੱਗਦੇ ਨੇ ਕਿ ਕੱਚੇ ਦੇ? ਇਹਨੇ ਆਖਿਆ ਮਹਾਰਾਜ ਕੱਚੇ ਰੰਗ ਦੇ ਪੈਸੇ ਤੇ ਘੱਟ ਲੱਗਦੇ ਨੇ, ਪਰ ਲੈ ਛੇਤੀ ਜਾਂਦਾ, ਲੈ ਛੇਤੀ ਜਾਂਦਾ। ਮਾਫ ਕਰਨਾ, ਪਰ ਮਹਾਰਾਜ ਪੱਕੇ ਰੰਗ ਦੇ ਪੈਸੇ ਲੱਗਦੇ ਨੇ ਜ਼ਿਆਦਾ, ਫਟਣ ਨੂੰ ਫਟ ਜਾਂਦਾ, ਕੱਪੜਾ ਫਟਣ ਨੂੰ ਫਟ ਜਾਂਦਾ, ਪਾਟਣ ਨੂੰ ਪਾੜ ਜਾਂਦਾ, ਪਰ ਪੱਕਾ ਰੰਗ ਲੈਂਦਾ ਨਹੀਂ। ਪੰਜਵੇਂ ਪਾਤਸ਼ਾਹ ਨੇ ਆਖਿਆ ਤੱਤੀ ਤਵੀ ਤੇ ਬੈਠ ਕੇ ਮੇਰਾ ਸਰੀਰ ਨਹੀਂ ਕੱਢ ਰਿਹਾ, ਇਹ ਲਲਾਰੀ ਦੇ ਕੱਪੜੇ ਦੇ ਵਾਂਗੂ। ਜਿਵੇਂ ਲਲਾਰੀ ਦਾ ਕੱਪੜਾ ਮਾਫ ਕਰਨਾ ਗਰਮ ਪਾਣੀ ਦੇ ਵਿੱਚ ਕੱਢਦਾ, ਆ ਮੇਰਾ ਸਰੀਰ ਹੈ ਜਿਹੜਾ ਮਾਫ ਕਰਨਾ ਇਹ ਮੈਂ ਸ਼ਹੀਦਾਂ ਦੇ ਉੱਤੇ ਕੁਰਬਾਨੀ ਦਾ ਰੰਗ ਦੇ ਰਿਹਾ, ਪੱਕਾ ਰੰਗ ਦੇ ਰਿਹਾ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਇਹਨੇ ਆਖਿਆ ਮਹਾਰਾਜ ਆ ਪਰਿਵਾਰ ਵੱਲ ਵੇਖੋ, ਸੰਸਾਰ ਵੱਲ ਵੇਖੋ, ਸਿੱਖਾਂ ਵੱਲ ਵੇਖੋ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਆ ਸਿੱਖਾਂ ਵੱਲ ਵੇਖੋ, ਤੁਹਾਡੇ ਸਿੱਖ ਕਿਵੇਂ ਤੜਫੇ ਤੋੜ ਰਹੇ ਨੇ। ਮਹਾਰਾਜ ਪਰਿਵਾਰ ਵੱਲ ਦੇਖੋ, ਸੰਸਾਰ ਦੇ ਲੋਕ ਕੁਰਲਾ ਰਹੇ ਨੇ। ਸੰਸਾਰ ਵੱਲ ਵੇਖੋ, ਪਰਿਵਾਰ ਵੱਲ ਵੇਖੋ, ਗਰੀਬ ਨਵਾਜ ਆਪਣੇ ਸਿੱਖਾਂ ਦੇ ਮਨਾਂ ਵੱਲ ਵੇਖੋ। ਗੁਰਦੇਵ ਨੇ ਆਖਿਆ ਸੀ ਮੀਆਂ ਮੀਰ ਸਵਾਲ ਸਿੱਖਾਂ ਦਾ ਨਹੀਂ, ਸਵਾਲ ਪਰਿਵਾਰ ਦਾ ਨਹੀਂ, ਸਵਾਲ ਸੰਸਾਰ ਦਾ ਨਹੀਂ,
मेरे यार वाल वेख, मैं तो वेख रहा मेरा यार पता नहीं किहड़ी गल च खुश है। माछीवाड़े दा जंगल सी, टिंड दा सराहना सी, सिर ते ताज ना रहा, हथ ते बाज ना रहा। आनंदपुर दियां गल्लां बड़ी दूर रह गईयां। पटना साहब, पौंटा साहब दे सह दूर रह गए। माछीवाड़े दा जंगल सी, टिंड दा सराहना सी। कलगीधर पातशाह ने आख्या सी, कलगीधर पातशाह ने आख्या सी, मेरे पिता परमेश्वर की हो गया जी अज पटना साहब, पौंटा साहब, आनंदपुर साहब दे सुख कोल नहीं। रब वर्गा पिता, रब वर्गी माता, याना तू प्यारे सिख, याना तू प्यारे पुत्र, ते जाना तू प्यारे माफ करना पुत्र ते सिख मेरे कोल नहीं। माछीवाड़े दे जंगलां च कंडियां दे किते किया सी, मेरे पिता परमेश्वर और तेरी याद ते मेरे कोल है, तेरी याद ते मेरे कोल है। कदे गुरसिख मीत चलो गुर चाली। अज दा सिख कहंदा की हो गया, की हो गया? पता की कहंदा? अज दा सिख कहंदा जे सिक्खी दे राह ते चलना ते तुहानू सोच बदलनी पवेगी। एक कपड़े ते दूजा रंग देना कपड़े तो। अज दा सिख कहंदा चंगी कोठी मेरे कोल, घर वाली चंगी वोटी मेरे कोल, चार पैसिਆਂ ਦੀ चंगी कमाई मेरे कोल, खान ते पीन नूं शराब ते मास वाधू। अज दा सिख कहंदा की हो गया जे मैं अमृत नहीं छकिया। अपनी सोच ते सतगुरु पातशाह दी सोच वाल देखो। पंजवें पातशाह कह रहे ने मियां मीर, मैं वेख रहा समा आग्या नहीं दिंदा, मैं वेख रहा कि मेरा यार किस गल विच राजी आ। गुरु की संगत हा दा नारा मार के भाई मियां मीर फकीर दा बास, साई मियां मीर दा बास मुड़ना। चंदू दबान ने आख्या सी गल ते नहीं किसी सिर्फ एक बारी कह दो वाहरू, एक बारी फिर कह दो वाहरू, एक बारी फिर कह दो वाहरू। मैं कई बार कीर्तन च कहना हुन्ना, बजुर्गो, नौजवानों, मताबो, भैनों, जे तुसीं कहो ना सी नहीं मरना, मैनूं बड़ी खुशी हुई कि भाई साहब पहली बारी मिले ने मैनूं। मैं बहुत खुश हाँ, बहुत महसूस कर रहा। मैं इस गल का फख्र समझदा कि जिस गुरु गोबिंद सिंह महाराज की सिक्खी का प्रचार करने वास्ते गुरु गोबिंद सिंह का कूकर गली गली तुरिया जा रहा है। अज उहदे नाल कुछ होर सज्जणा का भी वादा होया। खालसा जी, मैं इस गल का फख्र महसूस करदा। मैं दास कीर्तन कहंदा हुंदा, ओ बजुर्गो, बुजुर्ग मताबो, नौजवानों वीरो, नौजवानों भैनों। पहली कहती मैं तो आख्या राजा कादा डंगर ही है। हाँ जी, राजा कादा डंगर ही है, तो डंगर ही राजा कादा ते डंगर ही है, डंगर ही। माफ करना गुरु की संगत, राजा कहना मैं डंगर हाँ। वो कहती हो जद तू अपनी माती नहीं वरतनी ते तू डंगर ही होर की है। फिर राजा दूजी नूं पुछदा भी तू की आखिया भी ये तो है तो ओही, पर वो नहीं है। वो लगी कहन दूजी कहती मैं क्या राजा है तो डंगर ही, सिंह नहीं है तो डंगर ही, पर ये सिंह नहीं है। और राजा तीजी राजा कहता तेरा भला हो जे है, मैनू तुसीं इत्थे तक दा बनाता। और राजा तीजी नूं कहता भी तू की आखिया भी कईयां दे होंदे ही नहीं। कहती मैं क्या ये दोवें लड़दियां सी, एक आखे नहीं सी लगदियां, समझदियां नहीं सन। मैं आख्या भैणा किहड़ी गल विच लड़दे हो, कई डंगरां सिंह होंदे ही नहीं, जिवें वलैती बच्चियां दे नहीं होंदे। माफ करना गुरु किसन, अज असीं कित्थे जा पए भाई सब गल कर रहे सन, गल कर रहे सन इधर दी सरसेहाल दी। भाई साहब जी मैनूं कोई गल याद आई, तुसीं मैनूं कहंदे हो भी मैं थोड़ा दास बहुत ही दूर नहीं जाना चाहता, हुण समा भी मैनूं पता कि तुसीं बहुत देर ते बैठे हो। चूहा जाके ना बिल्ली दी रुढ़ ते, माफ करना बिल्ली जाके चूहे दी रुढ़ ते, बिल्ली जाके जू लगी करन वड़ियाई। अरे चूहा, अरे मूसा रे, साडे हरियाणे दी बोली कह गया अरे मूसा रे, मूसा कहने चूहे नूं अरे मूसा रे थम बड़े रे, थम बड़े रे, थम दा मतलब कि तुम बड़े हो। अरे मूसा रे थम बड़े रे, थम बड़े रे, लगी वड्याई करना, थम बाहर आओ,
बाहर आके मरना उन्हें हूं। कहते थम बाहर आओ हम बात सुनाए, थम बाहर आओ हम बात सुनाए। चूहा कहता मसी खोद खाद के किया मंदिर, बड़ा घर है ना रुड, कहता खोद खाद के किया मंदिर, तुम करो बात हम सुनो ही अंदर, तुम करो बात हम सुने अंदर, अंदर ही मरूगा। और इत्थे तो बाई मंजियां वाले नहीं रहे खालसा जी, माफ करना 10 ਸਰੂਪਾਂ ਦੇ ਵਿੱਚ ਦੱਸਿਆ गुरु की नजर पई तो कौड़े रीठे मिठे कर दिते, मारे कोई नजर ते अज निम दियां नमोड़ियां मिठियां करके दसे, नजर मारी ते माफ करना, माफ करना नजर मारी ते ककरां नूं मिठाइयां चढ़ातियां, झाड़ के रख दित्तियां, नजर मारी ते कौडे राज दे तपदे कड़ाहे ठंडे कर दिते। एक पतीली च करके 2 किलो पानी गर्म ते गुरु नूं कहो जी इहदे च नजर पा के इहनूं ठंडा करो, तत्ती तवी ते बैठे ने, तेरा किया मीठा लागे। माफ करना एक अग दा कोला रख के कि गुरु दे ढिड दे उत्ते रखो, ढिड दे, जे ते ओह कह दे भी तेरा किया मीठा लागे, पर कहूगा केड़ा, बाबा मक्खण शाह दा डुबदा बेड़ा बन्ने लाउणा। अज हर सिख नूं सिंह साहब जी बाबा मक्खण शाह वाली सोच बनानी पवेगी। खालसा जी दास कई बारी कहंदा ओनू लभना पिया, मक्खण शाह नूं, मक्खण शाह नूं लभना पिया, साडे दे सामने प्रकाशमान ने, ओनू लभना पिया। बंदा अकल दा, माफ करना अखां तू अन्ना भावें होवे, बंदा अकल दा अन्ना नहीं होना चाहिए। खालसा जी बंदा अकल दा अन्ना नहीं होना चाहिए। 5-5 मोहरा रख के ते सारे तुरिया जांदा सी। कोई कहंदा सी तेरी दड़ दुगनी ते रात नूं चौगनी तरक्की होवे, माफ करना कोई कुछ कहंदा सी, कुछ कहंदा सी। मक्खण शाह ने सोचिया भी अरदास कीती सी एक गुरु दे चरनां च, इत्थे बाई बैठे ने, फिर मन च सोचदा है यार एक गड्ढा मोड़ना होवे ते 2 बंदियां दे बगैर ही मुड़िया जांदा, खरे बाइयां नूं जोर लाना पवेगा। पर खालसा जी मोहे परदेसण दूर ते आई, जदों बंदा तुर पैंदा ना सच वल ते एक दिन सच तक पहुंच जांदा। अज दे सतगुरु गुरु अर्जन दमार दे शहीदी पुरब ते बरेशिया दीयां संगतां ते मैं एक बेनती जरूर करूँगा, जरूर बेनती करूँगा। जिस दिन तुसी ग्रंथियां सिंघां दा, रागियां सिंघां दा, कथा वाचकां दा आए गए सतगुरु पातशाह के चरणों ने जोड़न वाले सज्जणों का सत्कार करना सीख गए ना, उस दिन तुसी सिक्खी दे राह ते चलना सीख गए। खालसा जी भाई नंद लाल वर्गे मन च ख्याल आया 52 कवियां दे कवि कि शायद गुरु गोबिंद सिंह उन्हां सिखां ते ज़्यादा खुश होंदे ने ਜਿਹੜੇ जंग के मैदान च लड़ते हैं। भाई साहब ने जंगी शस्त्र बस्त्र ला के ना हाथ च वड्डी सरी साहब लै ली, ढाल रख ली कंधे, कुछ तीर पाले भत्थे च ते कमान चक ली, तो 10वें पातशाह के चरणों च पुजे, नमस्कार करके तो जदों खड़े हो गए तो गुरु साहब कहते नंद लाला आ की? नंद लाल ने आख्या पातशाह मैनू भी जंग च जाण दा हुक्म दिता जे, मैं सुनिया, मैं सोचिया शायद उन्हां सिखां ते तुहाडी ज़्यादा खुशी है जिहड़े जंग दे मैदान च लड़दे ने। कलगीधर पातशाह ने आख्या सी, आख्या नंद लाला तैनूं तलवार चक्कण दी की लोड़ है, और तेरी कलम तलवार दा काम करेगी, तेरी कलम तलवार दा काम करेगी। माफ करना मैनूं जाण दा मौका मिलदा अमरीका न्यूयॉर्क की गल आ, उत्थे मैनूं किसी के घरे जाण दा मौका मिलिया। खालसा जी इन्हां कंट्रियां दे पोप एक बारी कह देगा, इन्हां यूरोप कंट्रियां दे वैसटर्न कंट्रियां दे, मैं कई बारी कीर्तन च कहना हुंदा बलदेव सिंह जी, इन्हां कंट्रियां दे पोप, इन्हां कंट्रियां दे प्रीस्ट कह लो, पादरी कह लो, बच्चों वास्ते एजुकेशन फ्री, कोठियां फ्री, हफ्ते च एक दिन लैक्चर देना, एक बारी कह देगा एक दिन लैक्चर, संडे वाले दिन 15 या 20 मिनट का लैक्चर, एक दिन 15-20 मिनट, मोर दैन मोर, वध तो वध 7 अद्धे घंटे का लैक्चर देना।
ਗੌਰਮੈਂਟ ਦੀਆਂ ਕੋਠੀਆਂ ਫਰੀ, ਗੱਡੀਆਂ ਦਿੱਤੀਆਂ ਜਾਂਦੀਆਂ ਨੇ ਫਰੀ, ਜਿੰਨਾ ਖਰਚ ਕਰ ਦੇਣ ਫਰੀ। ਮਾਫ ਕਰਨਾ। ਤੇ ਜਦੋਂ ਆਪਣੇ ਪਿੰਡਾਂ ਦੇ ਵਿੱਚ ਝਾਤੀ ਮਾਰਦੇ ਆ, ਸਾਡੇ ਗ੍ਰੰਥੀ ਸਿੰਘ ਦੀ ਸਾਰੀ ਜ਼ਿੰਦਗੀ ਡੋਲੂ ਖੜਕਾਉਂਦੇ ਆ, ਲੋਕਾਂ ਦੇ ਬਾਹਰ ਮੂਰੇ ਨਿਕਲ ਜਾਂਦੀ ਹੈ। ਔਰ ਅਸੀਂ ਕਹਿ ਦਿੰਦੇ ਹਾਂ ਜੀ, ਫਿਰ ਮਿਲਦਾ ਕੀ ਹੈ ਜੀ? ਭਾਈ ਤੇ ਕੜਾਹ ਖਾ ਖਾ ਕੇ ਮੋਟਾ ਹੋ ਗਿਆ। ਕਿਤੇ ਭਾਈਆਂ ਦਾ ਜ਼ਿਕਰ ਕਰਾਂਗੇ। ਭਾਈ ਦਾ ਅਰਥ ਹੁੰਦਾ ਪਿਆਰਾ। ਇੱਕ ਵਾਰੀ ਕਹਿ ਦਿਓ ਵੈਸੇ, ਭਾਈ ਦਾ ਅਰਥ ਹੁੰਦਾ ਪਿਆਰਾ। ਕਈ ਵਾਰੀ ਕਹਿੰਦੇ ਯਾਰ ਤੇਰੀ ਗੱਲ ਮੇਰੇ ਮਨ ਨੂੰ ਭਾ ਗਈ, ਭਾਵ ਬੜੀ ਚੰਗੀ ਲੱਗੀ। ਤੇਰੀ ਗੱਲ ਮੇਰੇ ਮਨ ਨੂੰ ਭਾਈ ਨਹੀਂ, ਭਾਵ ਚੰਗੀ ਨਹੀਂ ਲੱਗੀ। ਭਾਈ ਮਣੀ ਸਿੰਘ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ, ਜਿਨ੍ਹਾਂ ਦਾ ਬੰਦ ਕੱਟਿਆ ਗਿਆ। ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ, ਜਿਹੜੇ ਬਿਨਾਂ ਸਿਰ ਤੋਂ ਲੜਦੇ ਰਹੇ। ਕਿਤੇ ਸਮਾਂ ਬਣਿਆ, ਇਹ ਭਾਈ ਦੀ ਉਪਾਧੀ ਕੋਈ ਛੋਟੀ ਜੀ ਉਪਾਧੀ ਨਹੀਂ, ਛੋਟੀ ਜੀ ਡਿਗਰੀ ਨਹੀਂ। ਭਾਈ ਮਰਦਾਨਾ ਸਦਾ ਖੁਸ਼ ਰਹਿੰਦਾ ਸੀ ਮਰਾਸ਼ੀ ਦੀ ਰਬਾਬ ਉੱਤੇ। ਮਰਦਾਨਿਆ ਯਾਰਾ, ਜਦ ਤੂੰ ਕੀਰਤਨ ਕਰਦਾ ਮੇਰੀਆਂ ਨਿਰੰਕਾਰ ਨਾ ਜੱਫੀਆਂ ਪੈ ਜਾਂਦੀਆਂ ਨੇ। ਉਹਦੇ ਪਿਆਰ ਦੇ ਵਸੀ ਭੂਤ ਹੋ ਕੇ ਕੌੜੇ ਰੀਠੇ ਮਿੱਠੇ ਕੀਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਮਾਂ ਆਗਿਆ ਨਹੀਂ ਦੇ ਰਿਹਾ। ਭੁੱਖ ਨੇ ਜ਼ੋਰ ਪਾਇਆ, ਹਾਈ ਬਾਬਾ ਹੁਣ ਨਹੀਂ ਤੁਰਿਆ ਜਾਂਦਾ। ਮਾਰੇ ਮਰਦਾਨੇ ਸ਼ਹਿਰ ਨੇੜੇ ਲੱਗਦਾ, ਢਿੱਡ ਭਰ ਕੇ ਖਾਲੀ। ਆਂਦਾ ਨਹੀਂ 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 ਬਾਬਾ, ਤੂੰ ਨਾਨਕ ਨਿਰੰਕਾਰੀ ਬਾਲਾ ਪਾਉਣ ਹਾਰੀ। ਤੇਰੇ ਮਰਾਸ਼ੀ ਨੂੰ ਭੁੱਖ ਦੀ ਬਿਮਾਰੀ, ਹਾਈ ਬਾਬਾ ਨਹੀਂ ਤੁਰਿਆ ਜਾਂਦਾ, ਇੱਥੇ ਬਾਸੇ ਤੇਰੀ ਤੇ ਮੇਰੀ ਯਾਰੀ। ਗੁਰਦੇਵ ਨੇ ਆਖਿਆ ਮਰਦਾਨਿਆ, ਛੋਟੀ ਛੋਟੀ ਗੱਲ ਪਿੱਛੇ ਚਿੱਤ ਨਹੀਂ ਡਲਾਈ ਦਾ, ਤੇ ਬਿਪਤਾ ਦੇ ਸਮੇਂ ਛੱਡ ਕੇ ਮਿੱਤਰਾਂ ਨੂੰ ਨਹੀਂ ਜਾਈਦਾ। ਆਖਿਆ ਸਾਹਮਣੇ ਰੀਠੇ ਤੇ ਚੜ ਕੇ ਰੀਠੇ ਤੋੜ ਕੇ ਖਾਲਾ। ਗੱਲਾਂ ਤੇ ਬਹੁਤ ਕਹਿਣ ਵਾਲੀਆਂ ਨੇ, ਪਰ ਸੱਜਣੋ ਇੱਕ ਗੱਲ ਨਾ ਭੁੱਲਣਾ, ਇੱਕ ਗੱਲ ਨਾ ਭੁੱਲਣਾ, ਇੱਕ ਗੱਲ ਨਾ ਭੁੱਲਣਾ। ਹਮੇਸ਼ਾ ਉਸ ਗੱਲ ਨੂੰ ਆਪਣੇ ਹਿਰਦੇ ਵਿੱਚ ਰੱਖਣਾ। ਅਪਸ ਐਂਡ ਡਾਊਨ, ਉਤਾਰ ਚੜਾਵ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਜੇ ਸਾਰੇ ਕੰਮ ਛੱਡ ਕੇ ਗੁਰੂ ਘਰ ਆਓਗੇ ਨਾ, ਗੁਰੂ ਨਾਨਕ ਸਾਹਿਬ ਸਾਰੇ ਕੰਮ ਛੱਡ ਕੇ ਪਹਿਲਾਂ ਤੁਹਾਡੇ ਕੰਮ ਕਰਨਗੇ। ਮਾਫ ਕਰਨਾ, ਹੋਈਆਂ ਭੁੱਲਾਂ ਦੀ ਮਾਫੀ। ਮੈਂ ਆਏ ਪਤਵੰਤੇ ਸੱਜਣਾ ਦਾ, ਬੁਲਾਰੇ ਸੱਜਣਾ ਦਾ ਸਪੈਸ਼ਲੀ ਤੌਰ ਤੇ ਗਿਆਨੀ ਬਲਦੇਵ ਸਿੰਘ ਹੋਰੀ, ਇਹਨਾਂ ਨਾਲ ਮੇਰਾ ਵੀ ਕੱਲ੍ਹ ਹੀ ਵਾਹ ਪਿਆ। ਮਾਫ ਕਰਨਾ, ਮੈਨੂੰ ਬੜੀ ਖੁਸ਼ੀ ਹੋਈ। ਤੇ ਕੱਲ ਕਹਿ ਰਹੇ ਸੀ ਇੱਥੇ ਆਪਾਂ ਕਿੰਨੇ ਬੈਠੇ ਹਾਂ, ਆਪਾਂ ਵੀ ਅੱਗੇ ਵੱਧ ਸਕਦੇ ਹਾਂ, ਪਰ ਜੇ ਆਪਾਂ ਇਕੱਠੇ ਹੋ ਕੇ ਚੱਲੀਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਪਤਵੰਤੇ ਸੱਜਣਾ ਦਾ, ਬੁਲਾਰੇ ਸੱਜਣਾ ਦਾ, ਇੱਥੋਂ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ, ਸਾਬਕਾ ਪ੍ਰਧਾਨ ਸਾਹਿਬ, ਸੈਕਟਰੀ, ਮੌਜੂਦਾ ਸਮੇਂ ਦੇ ਸੈਕਟਰੀ, ਪਹਿਲੇ ਸੈਕਟਰੀ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਇਹਨੇ ਸ਼ਬਦ ਪ੍ਰਵਾਨ, ਨਾਨਕ ਨਾਮ ਚੜ੍ਹਦੀ ਕਲਾ। ਪਰ ਇੱਕ ਗੱਲ ਸੁਣ ਲਓ, ਸ਼ਰਾਬ ਛੱਡ ਦਿਓ ਫਾਇਦਾ ਹੋ ਜਾਏਗਾ, ਭੁੱਕੀਆਂ ਛੱਡ ਦਿਓ ਫਾਇਦਾ ਹੋ ਜਾਏਗਾ, ਕੇਸ ਕਤਲ ਕਰਨੇ ਛੱਡ ਦਿਓ ਫਾਇਦਾ ਹੋ ਜਾਏਗਾ, ਮਾਫ ਕਰਨਾ, ਮਾੜੇ ਕਰਮ ਛੱਡ ਦਿਓ ਤੁਹਾਡਾ ਫਾਇਦਾ ਹੋ ਜਾਏਗਾ। ਇੱਕ ਗੱਲ ਪੱਲੇ ਬੰਨ ਕੇ ਲੈ ਜਿਓ, ਗੁਰੂ ਦੀ ਗੱਲ ਨੂੰ ਨਾ ਛੱਡਿਓ। ਖਾਲਸਾ ਜੀ, ਕਿਤੇ ਸਤਿਗੁਰੂ ਪਾਤਸ਼ਾਹ ਦੀ ਗੱਲ ਸੁਣਨ ਨੂੰ ਮਿਲ ਜਾਏ, ਉਹਨੂੰ ਪੱਲੇ ਬੰਨ ਲਿਓ। ਇਹਨੇ ਸ਼ਬਦ ਪ੍ਰਵਾਨ, ਹੋਈਆਂ ਭੁੱਲਾਂ ਦੀ ਮਾਫੀ। ਰਹੀ ਗੱਲ, ਬਹੁਤੀ ਗੱਲ ਤੇ ਇੰਨੀ ਕੀ ਹੁੰਦੀ ਹੈ ਨਾ, ਬਹੁਤੇ ਨੂੰ ਤੇ ਇੰਝ ਹੀ ਹੁੰਦਾ ਗਿਆਨੀ ਬਲਦੇਵ ਸਿੰਘ ਜੀ, ਜੇ ਮੈਂ ਮਗਰੂ ਲੱਗਿਆ ਤੇ ਪੈਸਾ ਘੱਟ ਆਏਗਾ, ਇਹਦੇ ਧੱਕੇ ਨਾਲ ਨਿਕਲ ਕੇ ਆ ਜਾਣਾ। ਮਾਲ ਮਾਲਕਾਂ ਦਾ ਤੇ ਮਸ਼ਹੂਰੀ ਕੰਪਨੀ ਦੀ, ਆਵਾ ਜਾਵੇ ਹਾਰ ਕੇ ਲਿਖੇ ਤੇ ਸਾਧੂ ਖੜਾ ਤਮਾਸ਼ਾ ਵੇਖੇ। ਮੈਨੂੰ ਪਤਾ ਤੁਸੀਂ, ਮੈਂ ਪਿੱਛੋਂ ਲੱਗਾ ਜੀ, ਕਿਉਂ ਪਿੱਛੇ ਮੈਂ ਰਿਹਾ ਹੀ ਪਿੱਛੇ ਜੀ ਸਾਰੀ ਜ਼ਿੰਦਗੀ। ਇੱਕ ਵਾਰੀ ਕਹਿ ਦਿਓ ਵਾਰੂ, ਮੈਂ ਗੁਰੂ ਦੇ ਪਿੱਛੇ ਰਿਹਾ। ਇੱਕ ਵਾਰੀ ਕਹਿ ਦਿਓ ਵਾਰੂ, ਪਹਿਲਾਂ ਮੈਂ ਗਿਆਨੀ ਜੀ ਡੰਗਰ ਬੜੇ ਚਾਰੇ ਨੇ, ਪਹਿਲਾਂ ਮੈਂ ਡੰਗਰਾਂ ਦੇ ਪਿੱਛੇ ਰਿਹਾ। ਉਦੋਂ ਵੀ ਮੇਰੇ ਹੱਥ 'ਚ ਡੰਡਾ ਹੁੰਦਾ ਸੀ। ਮੈਨੂੰ ਕਹਿੰਦੇ ਤੁਸੀਂ ਆ ਡੰਡਾ ਕਿਉਂ ਰੱਖਦੇ ਹੋ? ਮੈਂ ਕਿਹਾ ਯਾਰ ਜੇ ਕਿਰਪਾਨ ਵੱਜ ਜੇ ਤੇ ਕਿਤੇ ਆਪਣੇ ਦਾ ਨੁਕਸਾਨ ਹੋ ਜਾਂਦਾ, ਹੁਣ ਵੀ ਮੈਂ ਡੰਡਾ ਹੀ ਰੱਖਣਾ। ਇਹ ਕਿਉਂ? ਮੈਨੂੰ ਮੈਂ ਡੰਡਾ ਨਹੀਂ ਛੱਡਿਆ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੇ ਮੈਂ ਪਿੱਛੇ ਰਿਹਾ, ਮੈਂ ਅੱਜ ਵੀ ਪਿੱਛੇ ਆ। ਤੇ ਮੈਨੂੰ ਪਤਾ ਕਿ ਜਿਹੜੇ ਪਿੱਛੇ, ਜਿਹੜਾ ਬੰਦਾ ਪਿੱਛੇ ਹੁੰਦਾ ਨਾ, ਉਹਦੀ ਸਾਰੇ ਕਸਰ ਕੱਢ ਦਿੰਦੇ ਹੁੰਦੇ ਨੇ। ਮੰਗਿਆ ਦੀ ਕਦੀ ਹੈ ਨਹੀਂ, ਆਇਆ ਰੱਖਿਆ ਨਹੀਂ,
ਹਿਸਾਬ ਅਸੀਂ ਕੀਤਾ ਨਹੀਂ ਗਿਆਨੀ ਜੀ, ਘਾਟਾ ਸਾਨੂੰ ਪਿਆ ਨਹੀਂ, ਘਾਟਾ ਸਾਨੂੰ ਪਿਆ ਨਹੀਂ। ਤੇ ਜਿਹੜਾ ਦੇਵੇ ਉਹਦਾ ਵੀ ਭਲਾ, ਤੇ ਜਿਹੜਾ ਨਾ ਦੇਵੇ ਉਹਦਾ ਵੀ ਭਲਾ। ਕਈ ਕਹਿੰਦੇ ਆਉਂਦੀ ਕਿੱਥੋਂ ਆ, ਇਹ ਆਉਂਦੀ ਕਿੱਥੋਂ ਆ, ਸਾਰੇ ਆਂਦੇ। ਉਹ ਮੈਂ ਕਿਹਾ ਵਾਹ ਭਰਾਵੋ, ਸਾਡਾ ਤੇ ਐਵੇਂ ਟੌਰ ਬਣਾਇਆ ਤੁਸੀਂ, ਬਾਬਿਆਂ ਕੋਲ ਬੜਾ ਪੈਸਾ, ਬਾਬਿਆਂ ਕੋਲ ਬੜਾ ਪੈਸਾ। ਮੈਂ ਕਿਹਾ ਯਾਰ ਕਿਸੇ ਨੇ ਚੈੱਕ ਕੱਟ ਕੇ ਦਿੱਤਾ ਕੋਈ ਹੈ? ਬਾਬਿਆਂ ਕੋਲ ਬੜਾ ਪੈਸਾ, ਬਾਬਿਆਂ ਕੋਲ ਬੜਾ ਪੈਸਾ। ਉਹ ਕਹਿੰਦੇ ਮਾਈ ਦੇ ਘਰ ਹੋ ਗਈ ਚੋਰੀ, ਦੋ ਚੋਰ ਦੌੜ ਗਏ, ਤੇ ਦੌੜ ਕੇ ਤੇ ਇੱਕ ਬਹਿ ਗਿਆ ਮੰਜੇ ਥੱਲੇ, ਗਿਆਨੀ ਜੀ ਇੱਕ ਚੜ ਕੇ ਬਹਿ ਗਿਆ ਭੜੋਲੇ ਤੇ। ਅੱਗੇ ਭੜੋਲੇ ਹੁੰਦੇ ਸਨ, ਲੋਕੀ ਮਾਈ ਨੂੰ ਪੁੱਛਣ ਮਾਤਾ ਚੋਰ ਕਿੱਥੇ ਆ? ਮਾਈ ਕਹੀ ਜਾ ਉਤਲਾ ਹੀ ਜਾਣੇ, ਮਾਈ ਕਹੀ ਜਾ ਉਤਲਾ ਹੀ ਜਾਣੇ। ਕਈ ਕਹਿੰਦੇ ਬਾਬੇ ਸੌਂਦੇ ਬੜਨ, ਅੱਲਾ ਬਾਣੀ ਪੜ੍ਹ ਕੇ ਵੇਖੋ। ਘਰ ਦੇ ਵਿੱਚ ਮਾਂ ਬਾਪ ਕਹਿੰਦੇ ਨੇ ਕਾਕਾ ਕਾਹਨੂੰ ਰੋਣਾ, ਕੰਮ ਤੇ ਕਰਨਾ ਹੀ ਪੈਣਾ, ਹੱਸ ਕੇ ਕਰ ਲੈ। ਕਹਿੰਦੇ ਵੈਰ ਜੇ ਰੋ ਕੇ ਜਸ ਕੀਤਾ ਤੇ ਕੀ ਕੀਤਾ? ਮਾਰ ਨੇ ਗੱਲ ਹੀ ਪਹਿਲਾਂ ਹੱਸਣ ਦੀ ਕੀਤੀ। ਨਾਨਕ ਸਤਿਗੁਰੂ ਭੇਟੀਆ ਪੂਰੀ ਹੋਵੇ, ਹੱਸਦਿਆਂ ਖਿਲੰਦਿਆਂ ਪਨੰਦਿਆਂ ਤੇ ਵਿੱਚੇ ਹੋਵੇ। ਪਰ ਹੁਣ ਮੈਂ ਤੁਹਾਨੂੰ ਲੱਗਾ ਗੱਲ ਕਿਹੜੀ ਮਾਈ ਕਰੀ ਜਾਏ ਜੀ, ਉਤਲੇ ਹੀ ਜਾਣੇ ਹੈ, ਉਤਲੇ ਹੀ ਜਾਣੇ, ਉਤਲੇ ਹੀ ਜਾਣੇ। ਗੱਲ ਤੁਹਾਨੂੰ ਸਾਰੇ ਇੱਕੋ ਕਹੇਗਾ ਨਾ, ਪਰ ਮੈਂ ਮਿੰਟ ਦੋ ਟਾਈਮ ਲੈ ਹੀ ਜਾਣਾ, ਮੈਨੂੰ ਪਤਾ ਧੱਕੇ ਨਾ ਲੱਗ ਜਾਣ ਹੈ ਜੀ। ਉਹ ਕਿਤੇ ਬਾਬਾ ਜੀ ਸਾਡੇ ਇਲਾਕੇ 'ਚ ਢਾਡੀ ਦਰਬਾਰ ਹੋ ਗਿਆ, ਮੈਂ ਸਾਰੇ ਬੁਲਾ ਰਿਹਾ ਤੇ ਮੈਂ ਇੱਕੋ ਗੱਲ ਲੱਗਾ ਲਿਆਣ। ਕਈ ਵਾਰੀ ਬੰਦਾ ਖਲਾਰਾ ਬਹੁਤਾ ਖਲਾਰ ਲੈਂਦਾ, ਸੰਭਾਲਣਾ ਔਖਾ ਹੋ ਜਾਂਦਾ। ਇੱਕ ਮਾਈ ਨੇ ਸਰਾਧ ਤੇ ਨਾ ਸੱਦ ਲਏ, ਸਰਾਧ ਤੇ ਸੱਦ ਲਿਆ, ਗੁਰਦੁਆਰੇ ਦਾ ਗ੍ਰੰਥੀ ਸਿੰਘ ਸੱਦ ਲਿਆ, ਇੱਕ ਪੰਡਤ ਸੱਦ ਲਿਆ, ਤੇ ਇੱਕ ਮਸਜਿਦ ਦਾ ਮੁੱਲਾ ਸੱਦ ਲਿਆ। ਉਹ ਸੱਦ ਤੇ ਬੈਠੀ, ਉਹਨੇ ਸੋਚਿਆ ਜੀ ਮੈਂ ਗ੍ਰੰਥੀ ਸਿੰਘ ਦਾ ਸਤਿਕਾਰ ਕੀਤਾ ਤੇ ਪੰਡਤ ਨੇ ਤੇ ਮੁੱਲਾ ਨੇ ਨਾਰਾਜ਼ ਹੋਣਾ, ਮੀਆਂ ਨਾਰਾਜ਼ ਹੋਣਾ। ਜੇ ਪੰਡਤ ਦਾ ਸਤਿਕਾਰ ਕੀਤਾ ਤੇ ਗ੍ਰੰਥੀ ਸਿੰਘ ਨੇ ਤੇ ਦੂਜੇ ਨੇ ਨਾਰਾਜ਼ ਹੋਣਾ, ਆਪਣੇ ਮੁੱਲਾ ਨੇ ਮਾਫ ਕਰਨਾ। ਤੇ ਜੇ ਮੁੱਲਾ ਦਾ ਕੀਤਾ ਗ੍ਰੰਥੀ ਸਿੰਘ, ਪੰਡਤ ਨੇ ਨਾਰਾਜ਼ ਹੋਣਾ। ਮਾਈ ਸੀ ਚਲਾਕ ਸਾਡੇ ਵਰਗੀ, ਮਾਫ ਕਰਨਾ। ਉਹ ਮਾਈ ਲੱਗੀ ਕਹਿਣ, ਲੈ ਕੇ ਤਿੰਨ ਕੱਪੜਿਆਂ ਥਾਂ ਤੋਂ ਤੇ ਪੈਸੇ ਰੱਖ ਕੇ ਕਹਿੰਦੀ ਰਾਮ ਰਾਮ ਬਾਹਮਣਾ ਸਲਾਮੀਆਂ ਜੀ, ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਦਾਸ ਕੀਰਤਨ ਸੰਕੋਚਨ ਵਾਲੇ ਪਾਸੇ ਜਾ ਰਿਹਾ, ਮਾਈ ਕਹਿੰਦੇ ਉਤਲਾ ਹੀ ਜਾਣੇ, ਉਤਲਾ ਹੀ ਜਾਣੇ, ਉਤਲਾ ਹੀ ਜਾਣੇ। ਉਹ ਮਾਫ ਕਰਨ, ਜਿਹੜਾ ਚੋਰ ਬੈਠਾ ਸੀ ਭੜੋਲੇ ਦੇ ਉੱਤੇ, ਉਹ ਕਹਿੰਦਾ ਜਿਹੜਾ ਤੇਰਾ ਪਿਓ ਬੈਠਾ ਮੰਜੇ ਥੱਲੇ ਉਹ ਨਾ ਜਾਣੇ, ਕਹਿੰਦਾ ਜਿਹੜਾ ਤੇਰਾ ਪਿਓ ਮੰਜੇ ਥੱਲੇ ਬੈਠਾ ਉਹ ਨਾ ਜਾਣੇ, ਉਤਲਾ ਹੀ ਜਾਣੇ। ਦੋਵੇਂ ਫਸ ਗਏ। ਉਹ ਮੈਨੂੰ ਇੱਕ ਗੱਲ ਯਾਦ ਆ ਗਈ, ਹਰਿਆਣੇ 'ਚ ਹੋ ਗਿਆ ਕਿ ਢਾਡੀ ਦਰਬਾਰ, ਖੈਰ ਸਮਾਂ ਆਗਿਆ ਨਹੀਂ ਦਿੰਦਾ, ਫਰਕ ਦਾ ਸਮਾਂ ਬਣਿਆ, ਦਰਸ਼ਨ ਕਰਾਂਗੇ। ਇੱਕ ਜਾਟਣੀ ਗੁਆਂਢੀਆਂ ਦੇ ਸਰਦਾਰਾਂ ਦਾ ਘਰ ਸੀ। ਜਾਟਣੀ ਕਹਿਣ ਲੱਗੀ ਬਹਿਣ, ਮੈਨੂੰ ਪਤਾ ਲੱਗਿਆ ਥਾਰੇ ਦਰਬਾਰ ਹੋਵੇਗਾ, ਕੀਰਤਨ ਦਰਬਾਰ ਆ, ਮੈਨੂੰ ਵੀ ਲੈ ਚੱਲ। 12 ਕੋਹ ਦੇ ਉੱਤੇ ਬੋਲੀ ਬਦਲ ਜਾਂਦੀ। ਗਿਆਨੀ ਜੀ ਇਹੋ ਜਿਹੇ ਪਿੰਡਾਂ ਜਾਣ ਦਾ ਮੌਕਾ ਮਿਲਿਆ। ਅੰਬਾਲੇ ਦੇ ਨੇੜੇ ਇੱਕ ਤੇਜਾ ਮੋੜੀ ਪਿੰਡ ਪੈਂਦਾ, ਜਾਟਾਂ ਦਾ ਪਿੰਡ ਸੀ। ਆਗੇ ਕਹਿੰਦੇ ਬਾਬੇ ਥਾਨਾ ਸਰਦਾਰਾਂ ਦਾ ਠੇਕਾ ਲੈ ਰੱਖਿਆ, को मानू भी सिखा दे, मारे तो और शराब में रुड़ गए। मैं कहा कोई बात नहीं, गर्मी के दिन सी, अज तो कोई 20 साल पहले की गल है। कहते बाबे पहले तो बना नींबू पानी, फिर कड़ी सी चाह बना, फिर डेयरी खोल। करो जी कीर्तन करने वास्ते गए। अज जमाना बदल गया साध संगत जी, अज दलील का जमाना। ਜਦੋਂ ਅਸੀਂ ਖੈਰ ਪ੍ਰੋ ਦਿੱਤਾ ਤੇ ਕੀਰਤਨ ਕਰਨ ਗਏ, ਪਹਿਲੇ ਦਿਨ ਕੀਰਤਨ ਕੀਤਾ, ਦੂਜੇ ਦਿਨ ਅਸੀਂ ਭੈਣ ਕਹਿੰਦੇ ਉਹ ਬੋਬੋ ਕਹਿੰਦੇ ਲੜਕੀ ਨੂੰ, ਦੂਜੇ ਦਿਨ ਕੀਰਤਨ ਕੀਤਾ, ਕੀਰਤਨ ਲੱਗੇ ਕਰਨ ਸ਼ੁਰੂ। ਇੱਕ ਨੌਜਵਾਨ ਲੜਕੀ ਖੜੀ ਹੋ ਗਈ, ਕਹਿੰਦੀ ਬਾਬੇ ਮਾਰੀ ਸੁਣ ਲੈ ਬਾਤ, तेरे बाजे की बीन सी तो मैं बहुत प्यारी लगी, तेरी बाज भी अच्छी लगी, तो के बोला और के कहा यूं नहीं मारे खोपर में बढ़िया, यूं नहीं मारे खोपर में बढ़िया, यूं नहीं मारे खोपर। तुम एक धर्म प्रचार कमेटी के प्रधान मैं तुम कह रहा जथेदार हो, ता बेनती कर रहा, कहती कभी मारे खोपर में यूं नहीं बढ़िया। कहते मैं क्या बेटे की बात, कहते देख बाबे जे तो हमारी बोली जाना तो हमारी बोली मामा ने समझा देने, तो अपने साज बांध जाकर अपने डेरे में आराम कर, ना अपनी नींद खराब करना हमारी कर। मैं कहा भाई कोई बात नहीं, मैं तो तारी बोली जानू। मैं कहा तेन बैठना भी नहीं आता। वो पासी ने बैठे चौकड़ा मार के पैरा भार खड़े बैठे, कहते बाबे किस तरह बैठे, मैं न्यू बैठो, कहनी कहने ला बाबे न्यू, हम न्यू बैठ के न्यू कौन सा पेट्रोल फुका। और जब कीता हरियाणी भी बोली च कीर्तन, दास ने क्या गुरु अर्जन देव महाराज 5वें पातशाह नियो फरमावा, आ इंसान तेरी एक ही बार आ,
इस दुनिया में कुछ कर ले मर ले, तो भगवान की बंदगी करने के लिए आया है। यू मानस जन तनु तेरे को दोबारा नहीं मिलेगा। जब कीर्तन किया शुरू, माफ करना, कहती बाबे ईब तो आया ना मजा। 2 घंटे लाए जा टिका के कीर्तन दे विच, जब 2 घंटे कीर्तन लगाया, मैं भाई ईब समा आग्या नहीं दिंदा, कल फिर दर्शन करांगे। ला बाबे ईब तो मजा आने लग्या था, समा आग्या नहीं दिंदा, सारी रात तो मारे में पड़ रही है, तो शुरू कर। खैर 2 दिन कीता कीर्तन, तीजे दिन 750 बंदे ने अमर छकिया। मैं कहा घाघरे घूघरे नहीं चलांगे उरे, उरे तो थानू पंजाबी सलवार कमीज माना पड़ेगा, जिस तरह हमारी पंजाबी बहु बहने पहनना। कहते बाबे हम न्यू आ जाएंगे, घाघरे पा तो 40 मीटर कपड़ा लगा, सलवार घाघरे के लिए तो हमारे सारे टब्बर के कपड़े नहीं बन जाएंगे। जो अमृत लगे छकान, और दूजे दिन जो अमृत लगे छकान, कहते बाबे बाकी तो ठीक आ, कछारा भी मानू पा लिया, क्योंकि मैं कच्छा पावा, कछारा भी पा लिया, कड़ा भी पहन लिया। कृपाल कहते बाबे काटो सी किस तरह पावांगे। बाबे ओ पिंड होना, कदों लोग उथे कदों आउंदे ने, एक पिंड चले गए, रात को कहा जी आसा की वार सवेरे लगेगी। वो चौधरी आ गए ना 3 बजे बह गए, जदों कीर्तन शुरू किया आसा की वार का, समाप्ति हो गई। कहते बाबे वो थारी आसा की वार नहीं लगी। हाँ वो मैं कहा भाई जो ही तो आसा की बार थी। और बाबे नींद खराब कर दी, मनु सोचा कोई गाने बजाने वाली छोरी चली आवागी। इहो जे लोगों के जाके खालसा जी माफ करना प्रचार किया। इहो जे पिंडां च गए हरियाणे च, आ गुरु ग्रंथ ਸਾਹਿਬ ਦਾ पाठ शुरू किया, तो जाटां ने मुंडे ना बारियां ना लग लग के देखो 15 16 साल के बच्चे, झंजरपुर पिंड पैंदा कुरुक्षेत्र दे विच। कहते बाबे वो एक दूजे आपस में गल्लां कर, कहंदा मेरे साले इतनी बड़ी किताब, असीं सिੱਖੀ का प्रचार की करना सी, अजे तक तो असीं लोकां नूं दस ही नहीं सके कि साडा गुरु ग्रंथ ਸਾਹਿਬ है। एक बारी कह दिया कहने लगे बाबा जी वो आपसी गल्लां, वो मेरे साले, जिवें पंजाबी च साले नूं कहंदा सी, साला मन्निया ही नहीं। ये लुधियाने पटियाली बोली इत्थों शुरू होंदी, और हरियाणे च भी जो कोई गल करनगे इत्थों शुरू करनगे जाट चौधरी। एक एक दूजे कहना वो मेरे साले, कहता इतनी बड़ी किताब मानू तो कभी देखियो ही नहीं। मैं कहा काके जो किताब नहीं है, जो गुरु महाराज है, गुरु ग्रंथ साहब जी है, कहते बाबे जो कै दिन में पढ़ाएंगे, भाई किन्ने दिन भो पाओ, कै दिन में पढ़ांगे। मैं 3 दिन में। वो बोले कहते साले झूठ बोलना, इतनी बड़ी किताब 3 दिन में कहाँ पढ़ी जावागी। पर इहो जे लोकां दे विच जाण दा मौका मिलिया, वो लगा ढाडी दरबार ते हुण समा आग्या नहीं दिंदा, मैं नेड़े नहीं बैठदे आ। ते वो जटनी कहंदी बहन, मैनूं पता लग्या भी तारे कीर्तन दरबार होगा, मन्ना भी ले चला गई। कहती क्यों नहीं, मैं तुहानूं एक गल कहनी है, जरा ध्यान देना पवेगा। 100 सुनियार दी, एक लोहार दी, 100 गज रस्सा ते सिरे ते गंढ। वो कहते मैनू भी ले चल। वो कहते कोई बात नहीं, उठा कौन सी पाबंदी है। गई वो ढाडिया ने जब किया कीर्तन शुरू न, बेचारी समझ ना पई, सारी रात देखती रही, दिन चढ़िया घर गई। चौधरी पूछा ए जटनी कहाँ गई थी, कहते कहाँ गई थी, मगज खपाई करके आ गई। सरदारा का लग्या था उठा दरबार। कहता तेन सुनिया क्या, कहता मन्ना की, कहती मन्ना क्या सुनना था। मेरे देखते देखते इतना मोटा सा भाई उठिया, ढोल जैसा जिसका पेट, हूँ साढ़े ढाडी ढिड ते सोना हवाई देना। कहती जिसका ढोल जैसा पेट, कहती ओ खड़ा, उसने एक लकड़ी उठा कर न्यो कंधे पर रख ली। हाँ जिन्हों अभी वो कहने सारंगी। कहती भाई उसके बाद 2 और उठे, हाथ में लकड़ी के और डमरू से पकड़ रखे थे। उसने यूं खींची, बीच में तो बाज निकली, मैं नहीं मानती। बीच में तो बाज निकली, मैं नहीं मानती। कहते उन्होंने न्यू मारे हाथ, तो मान जा, तो मान भी जा, मान जा ना मान। कहते सारी रात कहती रही मैं नहीं मानती। और सारी रात कहते रही मान जा। और जिन्हें बुलारे कीर्तन करके कथा करके गए तुहानू कहते मन जाओ, पर असी इन्ने ढीठ हो गए, कहने ऐसी नहीं मनना। खैर साध संगत जी, होइयां भुलां दी माफी। ओ मन जो मन्ने की गत कही न जाए, जे को कहे कहना। बड़ा लोगों के नाल वाह पिया। ज्ञानी जी कह के हटे ने, जो बाबा जी मूवमेंट पंजाब की बड़ी गर्म सी,
ਇੱਕ ਅੱਧਾ ਮਿੰਟ ਦਾ ਟਾਈਮ ਲਊਂਗਾ ਜੀ। ਦੁਨੀਆ ਦਲੀਲ ਪੁੱਛਦੀ ਆ। ਸਾਡੇ ਇੱਕ ਜੇਈ ਹੁੰਦੇ ਸਨ ਬਿਜਲੀ ਬੋਰਡ 'ਚ, ਕਿਤੇ ਸਾਡੀ ਗੱਡੀ ਖਰਾਬ ਹੋ ਗਈ ਬਿਜਲੀ ਬੋਰਡ ਦੇ ਸਾਹਮਣੇ, ਤੇ ਉਹਨੇ ਪੀਏ ਨੂੰ ਭੇਜਿਆ, ਕਹਿੰਦਾ ਬਾਬਾ ਜੀ ਕੋ ਬੁਲਾਓ। ਮੈਂ ਕਿਹਾ ਕੱਲ ਤਾਂ ਬੜੀ ਲੰਬੀ ਚੌੜੀ ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਫਿਰ ਵੀ ਥੋੜੀ ਸੁਣਾ ਦਿਆਂ। बैठे चाह जो मंगा, कहता बाबा मैं चाह अच्छी मंगाऊंगा, मेरा वादा रहा बर्तन साफ करके लियाऊंगा मैं, कोई गल नहीं, प्यार सी। कह लगा बाबे ना एक बात की समझ नहीं आवा। कहता मैं भाई थारे सिख धर्म एक अमृत का बाटा तैयार करा। कहता गिलो गिलो बाणी पढ़ा, बाटे में पतासे डाला, पानी बाटे में पानी डाला, पानी में पतासे डाला, गिलो गिलो खंडा सा घुमावा। कहता बाबे जे तो मैं मान जू यूं तो मैं मानू भी पानी में पतासे भी घुल जा, खंडा भी घूम जा, पानी में बाणी किस तरह बढ़ गई। कहता मैंने सुनिया कि जौनसा अमृत छका उसमें करंट पैदा हो गया। भी वो पानी में बाणी किस तरह बढ़ गई, किस तरह बढ़ गई, और किस तरह पता लगा भी बाणी किस तरह बढ़ी। मैं कहा चौधरी साहब मेरी बात का जवाब दो, आप तो बिजली बोर्ड में बिजली की तारा आपने खड़ी कर दी, बाद में कनेक्शन जोड़ दिया ट्रांसफार्मर के साथ। मना न्यू बताओ भी तारा में बिजली किस तरह बढ़ गई। हाँ जी, तारा में बिजली किस तरह बढ़ गई। कहता बस बाबे बढ़ गई। मैं कहा किस तरह बढ़ गई। मैं कहा जिस तरह तारों में बिजली बढ़ गई, इस तरह बाणी में पानी में बाणी बढ़ गई, इस तरह पानी में बाणी बढ़ गई। कहता बाबे पानी में बाणी दिखती तो नहीं, मैं तेन तारा में करंट दिखा है, तारा में करंट दिखा। कहता दिखता तो है नहीं। मैं फिर हाथ लगा के देख। कहना बाबे मरेंगे थोड़ी। मैं कहा हाथ लगा के पता लगा भी इसमें करंट है कि नहीं है। अमृत छक के पता लगता है शक्ति है कि नहीं है, ये शक्ति है कि नहीं है। अमृत पीता खंडे दे नालों तिखे हैं, पाए विच पतासे ने ज्ञानी जी शायद इसे करके कुछ मिठे हैं। और दाता तू ना करे ते करे केड़ा, मेरिया सब जरूरतां पूरियां नूं आ जिन्ने को तुसीं पैसे दिंदे हो ना, मैं तुहाडा धन्नवाद करदा। इटालिया वाले हो, ब्रेशिया वाले हो, तुसीं कीर्तन दा धन्नवाद करदे हो, पर एक गल भुलना ना, इन्ने पैसिਆਂ ਨਾਲ ਤੁਹਾਡਾ ਜਾਣਾ ਵੀ ਕੱਖ ਨਹੀਂ ਤੇ ਸਾਡਾ ਬਣਨਾ ਵੀ ਕੱਖ ਨਹੀਂ, ਕਿਉਂਕਿ ਟਰੱਕਾਂ ਵਾਲੇ ਜੀਪਾਂ ਵਾਲਿਆਂ ਦਾ ਮਾਲ ਨਹੀਂ ਚੁੱਕਦੇ ਹੁੰਦੇ ਖਾਲਸਾ ਜੀ, ਉਹਨਾਂ ਦਾ ਕਿਰਾਇਆ ਹੀ ਨਹੀਂ ਪੂਰਾ ਹੁੰਦਾ। ਬਾਬਾ ਜੀ ਉਹ ਦਾਤਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੇ। ਲੋਕੀ ਤੱਕਦੇ ਨੇ ਐਬ ਗਨਾ ਮੇਰੇ, ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ। ਸਿੱਖ ਬਦਾਵਾ ਲਿਖ ਕੇ ਦੇ ਕੇ ਚਲੇ ਗਏ। ਮਹਾਰਾਜ 10ਵੇਂ ਪਾਤਸ਼ਾਹ ਨੇ ਆਖਿਆ ਸੀ ਭਾਈ ਮਾਂ ਸਿਆਂ ਤੇਰੇ ਪਿਆਰ ਦਾ ਬੱਧਾ ਆਨੰਦਪੁਰ ਦਾ ਤਖਤ ਛੱਡ ਆਇਆ, ਅਰਬਾਂ ਦਾ ਖਜ਼ਾਨਾ ਦਰਿਆਏ ਸਰਸਾ ਚ ਰੋੜ ਆਇਆ, ਤੇਰੇ ਪਿਆਰ ਦਾ ਬੱਧਾ ਚਾਰੇ ਫਰਿਆਦ ਵਾਰ ਆਇਆ, ਸੱਪਾਂ ਦੀਆਂ ਸਿਰੀਆਂ ਮਿੱਧਦਾ ਆ ਰਿਆਂ। ਉਹ ਭੁੱਲੜ ਬੱਚਿਆ ਇੱਕ ਵਾਰੀ ਅੱਖਾਂ ਦੇ ਖੋਲ ਕੇ ਵੇਖ, ਆਖੇ ਹਿੰਦੁਸਤਾਨ ਦਾ ਰਾਜ ਦੇ ਦਿਆਂ, ਇੰਦਰਾਪੁਰੀ ਬਰਮਪੁਰੀ ਸ਼ਿਵਪੁਰੀ ਦਾ ਸੁਖ ਦੇ ਦਿਆਂ। ਆਖਿਆ ਭਾਈ ਮਹਾਸਿਆਂ ਤੂੰ ਤਾਂ ਮੈਨੂੰ ਸੋਚਾਂ ਚ ਪਾ ਆਇਆ ਸੈਂ। ਮੈਂ ਸੋਚਿਆ ਜਿਵੇਂ ਕੋਈ ਕੰਮ ਕਰਦੇ ਆ, ਕੰਮ ਠੀਕ ਨਾ ਹੋਵੇ ਤੇ ਸੋਚਦੇ ਖਰੇ ਕੰਮ ਕਰਨ ਚ ਕੋਈ ਕਮੀ ਰਹਿ ਗਈ ਹੈ। ਉਹ ਭੁੱਲੜ ਬੱਚਿਆ ਮਾਫ ਕਰਨਾ, ਤੂੰ ਤਾਂ ਮੈਨੂੰ ਸੋਚਾਂ ਚ ਪਾਇਆ ਸੈਂ। ਮੈਂ ਸੋਚਿਆ ਕਿ ਸ਼ਾਇਦ ਅਮਰ ਛਕਾਉਣ ਵਿੱਚ ਕੋਈ ਕਮੀ ਰਹਿ ਗਈ ਹੈ। ਉਹ ਪੰਥ ਸਾਜਿਆ, ਪੰਥ ਖਾਲਸਾ ਸੀ ਮੈਂ, ਪੰਥ ਸਾਜਿਆ, ਪੰਥ ਸਾਜਿਆ ਖਾਲਸਾ ਪੰਥ ਸੀ ਮੈਂ। ਪੰਥ ਹੋਰ ਨਹੀਂ ਇਹਦੇ ਵਰਗਾ ਹੋ ਸਕਦਾ। ਉਹ ਮੈਨੂੰ ਪਤਾ ਸੀ ਖੰਡੇ ਦੀ ਧਾਰ ਵਾਲਾ ਅਮਰ ਤੇ ਨਾ ਕਮਜ਼ੋਰ ਨਹੀਂ ਹੋ ਸਕਦਾ। ਹੋਈਆਂ ਭੁੱਲਾਂ ਦੀ ਮਾਫੀ, ਤੁਹਾਡਾ ਧੰਨਵਾਦ ਤੇ ਸਾਥ ਸੁਹੀ ਵਸਦੇ ਰਹੋ, ਹੱਸਦੇ ਰਹੋ ਤੇ ਸਿੱਖੀ ਦੇ ਰਾਹ ਤੇ ਚੱਲਦੇ ਰਹੋ। ਜਿਹੜੇ ਇੱਥੇ ਬੁਲਾਰੇ ਆਉਂਦੇ ਨੇ ਉਹਨਾਂ ਦਾ ਵੀ ਸਤਿਕਾਰ ਕਰਿਆ ਕਰੋ। ਇੰਨੇ ਕੁ ਸ਼ਬਦ ਪ੍ਰਵਾਨ। ਰਹੀ ਗੱਲ ਸਾਡੀ, ਬਾਬਾ ਦੀ ਕਿਰਪਾ ਨਾਲ, ਖਾਲਸਾ ਜੀ ਗੁਰੂ ਦੀ ਬੜੀ ਕਿਰਪਾ ਜੀ, ਇੰਨੀ ਕਿਰਪਾ ਟਰੱਕਾਂ ਵਾਲਾ ਬਾਬੇ ਦੀ ਫੁੱਲ ਕਿਰਪਾ, ਬਾਬੇ ਦੀ ਫੁੱਲ ਕਿਰਪਾ। ਪਰ ਇੱਕ ਗੱਲ ਨਾ ਭੁੱਲਣਾ, ਅੰਮ੍ਰਿਤ ਛਕੋ, ਨਿਤ ਨੂੰ ਕਰੋ, ਧਰਮ ਦੀ ਕਰੋ ਕਿਰਤ, ਨਾਮ ਜਪੋ ਤੇ ਵੰਡ ਕੇ ਛਕੋ, ਨੰਸਾ ਦਾ ਪਾਠ। ਇੱਕ ਵਾਰੀ ਫਿਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ, ਗਿਆਨੀ ਬਲਦੇਵ ਸਿੰਘ ਨੇ ਕੱਲ੍ਹ ਇੱਕ ਗੱਲ ਮੈਨੂੰ ਕਹੀ, ਪਰ ਮੈਂ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ। ਇਹਨਾਂ ਕਿਹਾ ਜੀ ਮੈਂ ਅਖੰਡ ਕੀਰਤਨ ਨਾਲ ਸੰਬੰਧ ਰੱਖਦਾ, ਪਰ ਭਾਈ ਜੀ ਸਾਹਿਬ ਜੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਜੇ ਸਾਰੇ ਅਖੰਡ ਕੀਰਤਨੀਏ ਤੁਹਾਡੇ ਵਰਗੇ ਹੋ ਜਾਣ ਤੇ ਕੌਮ ਦਾ ਨਕਸ਼ਾ ਕੁਝ ਹੋਰ ਹੋ ਸਕਦਾ। ਖਾਲਸਾ ਜੀ ਕੌਮ ਦਾ ਨਕਸ਼ਾ ਕੁਝ ਹੋਰ ਹੋ ਸਕਦਾ।
मैं एक कई बारी कहना हुना 3 पढ़ लो 5 पढ़ लो 2 पढ़ लो, ये वाद छड़ दिओ। उन्हां नालों ते वो चंगे ने जिन्हां ने कदी मूँह तो जुबहरू भी नहीं किया, जिन्हां ने कदे मूँह तो मूल मंत्र का जाप भी नहीं किया। अंग्रेजी की कहावत है समथिंग इज बेटर दैन नथिंग, कुछ नालों कुछ ते ठीक आ। मैनू इन्नी खुशी हुई, मैनू भाई साहब लगे कहन कल कि बाबा जी असीं तुहाडे कोल आउणा, जदों मर्जी आउणा, तुहाडा अपना घर है, माफ़ करना। ते गुरु की कृपा इन्ने शब्द प्रवान होइयां भुलां दी माफ़ी। टाइम की किहड़ी गल है, टाइम होर भी ला लेंदे भाई साहब, फिर किहड़ी गल सी, सारे ला लेंदे, टाइम की किहड़ी गल है। ओए असीं किते इहदे बदले थोड़े गाउने आ, असीं ते मालक दे बदले गाउने आ। माफ़ करना कई बारी कह देंदे ने, कई कहंदे ने कई बारी माफ़ करना, आप अपनी बुद्ध है जेती, माफ़ करना जी कई कह देंदे ने जी, पर मैं नहीं कहूँगा। पर मैं एक गल जरूर कहूँगा, आपसे सारे मिल के रहो, मिल के चलो। नानक नाम चढ़दी कला तेरे पाने, सरबत दा भला। हुण समा लग गया, कोई ज़्यादा लग गया तो लग गया, हुण असीं भी की करिए। पर एक गल ना भुलना, जिहदा सां गुरु ग्रंथ साहिब दे चरनां 'च लग गया, ਉਹਦਾ दरगाह 'ਚ डंका वज गया जी, ਉਹਦਾ दरगाह 'ਚ डंका वज गया। चलिया पासों जन्म सवार वाजा वाए सी, मानस क्या विचारा ते लोक सुनाए सी। ओइयां भुलां दी माफ़ी, इन्ने शब्द प्रवान। खालसा जी नानक नाम चढ़दी कला तेरे भाणे, सरबत दा भला। राम कली महला तीजा नंद ओंकार प्रसाद, आनंद पिया मेरी मैं सतगुरु में पाया, सतगुरु दा पाया। राग रतनपुर वार परियां, शब्द गम आइयां, शब्द तगाव। कह नानक आनंद होआ, सतगुरु में पाया। हर नर हो तू मन मेरे, दुख सब वितारना। सब नागना तुम रात तो वमी, सुख मन वितारे। सच्चे सही पां क्या नहीं करते रे, सदा सुध सलाह तेरी नाम पावे। सच्चे साहिब क्या नहीं करते रहता, हमरा आतारो। कर शांत सुखमन आए बसिया जिन, इच्छा तब पुजाइया। नानक सुनो संतो शब्द तरो पियारो, सच्चा हमरा आतारो बजे। पंतु तुद वस कीते काल कंठ कुमारिया। नानक तई तुक हुआ करियन हद उबाजे। पार ब्रह्म पब पाया, उतरे तगल वसूरे। संत साजन पे सते पूरे गुरते जानी। बिनवंत नानक गुर चरण लागे, बाजे अनाद तुरे त्रिलोक। दिवस रात तो ताई दाया, खेला तगल जगत। करमी आपो अपनी किनड़े के दूर।
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਇਹਨਾਂ ਸ਼ਬਦ ਪ੍ਰਮਾਣ ਕਰੋ। ਹੁਣ ਅਰਦਾਸ ਹੋਵੇਗੀ, ਹੋਈਆਂ ਭੁੱਲਾਂ ਦੀ ਮਾਫੀ। ਸਮਾਂ ਲਾਉਣਾ ਤਾਂ ਨਹੀਂ ਕਿਸੇ ਨੇ। ਤੂੰ ਉਠਾ